ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। 1993 ਦੇ ਮੁੰਬਈ ਬੰਬ ਧਮਾਕਿਆਂ ਲਈ ਦੋਸ਼ੀ ਪਾਇਆ ਗਿਆ ਯਕੂਬ ਮੈਨਨ ਪਿਛਲੇ ਵੀਰਵਾਰ ਨੂੰ ਫਾਂਸੀ ਲਾ ਦਿੱਤਾ ਗਿਆ। ਫਾਂਸੀ ਤੋਂ 2 ਘੰਟੇ ਪਹਿਲੇ ਤੱਕ ਦੇਸ਼ ਦੀਆਂ ਕੁਝ ਪ੍ਰਮੁੱਖ ਹਸਤੀਆਂ ਕਾਨੂੰਨੀ ਚਾਰਾਜੋਈ ਕਰਦੀਆਂ ਰਹੀਆਂ। ਅੱਧੀ ਰਾਤ ਨੂੰ ਸੁਪਰੀਮ ਕੋਰਟ ਦੇ ਦਰਵਾਜ਼ੇ ਖੁੱਲ੍ਹ ਗਏ। ਫਾਂਸੀ ਤੋਂ ਬਾਅਦ ਦੇਸ਼ ਵਿੱਚ ਜਿਹੜੀ ਪੋਲਰਾਈਜੇਸ਼ਨ ਦੇਖਣ ਨੂੰ ਮਿਲੀ, ਜਿਸ ਤਰ੍ਹਾਂ ਨਾਲ ਦੇਸ਼ ਇਨਸਾਫ ਕਰ ਦਿੱਤਾ ਗਿਆ ਤੇ ਜੁਡੀਸ਼ੀਅਲ ਮਰਡਰ ਹੋ ਗਿਆ ਵਾਲੇ 2 ਖੇਮਿਆਂ ਵਿੱਚ ਵੰਡਿਆ ਗਿਆ, ਉਹ ਮੰਦਭਾਗਾ ਤਾਂ ਹੈ, ਪਰ ਇੱਕ ਪੁਰਾਣੀ ਬਹਿਸ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ। ਕਿਸੇ ਅਗਾਂਹਵਧੂ ਲੋਕਤੰਤਰਿਕ ਦੇਸ਼ ਵਿੱਚ, ਕਿਸੇ ਪ੍ਰੋਗਰੈਸਿਵ ਡੈਮੋਕ੍ਰੇਸੀ ਵਿੱਚ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਸਾਡੇ ਬਾਰੇ ਕੀ ਕਹਿੰਦਾ? ਸਜ਼ਾ ਦੇ ਇਸ ਆਖਰੀ ਮੁਕਾਮ ਤੱਕ ਅੱਤ ਦੇ ਮਹਿੰਗੇ ਤੇ ਫਟੀਚਰ ਹੋ ਚੁੱਕੇ ਕਾਨੂੰਨੀ ਸਿਸਟਮ ਵਿੱਚ ਕੌਣ ਫਾਂਸੀ ਦੇ ਤਖਤੇ ਤੱਕ ਧੱਕਿਆ ਜਾਂਦਾ? ਦੁਨੀਆ ਦੇ 143 ਦੇਸ਼ ਮੌਤ ਦੀ ਸਜ਼ਾ ਤੋਂ ਤੌਬਾ ਕਰ ਚੁੱਕੇ ਨੇ। 25 ਹੋਰ ਅਜਿਹੇ ਨੇ ਜਿਨ੍ਹਾਂ ਦੇ ਕਾਨੂੰਨ ਵਿੱਚ ਤਾਂ ਸਜ਼ਾਏ ਮੌਤ ਹੈ, ਪਰ ਦਿੱਤੀ ਕਿਸੇ ਨੂੰ ਨਹੀਂ ਜਾ ਰਹੀ। 35 ਦੇਸ਼ ਹੀ ਅਜਿਹੇ ਬਚੇ ਨੇ ਜਿੱਥੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹਨਾਂ ਵਿੱਚ ਸਾਡਾ ਸ਼ੁਮਾਰ ਹੈ। ਵੈਸੇ ਅਮਰੀਕਾ, ਚੀਨ, ਜਾਪਾਨ ਇਹਨਾਂ 35 ਵਿੱਚ ਹੀ ਨੇ। ਡਿਬੇਟ ਦੋ ਧਿਰੀ ਹੋ ਰਿਹਾ, ਪੋਲਰਾਈਜ਼ਡ ਹੈ। ਵੈਸੇ ਇੱਕੋ ਸਵਾਲ ਨੂੰ 2 ਤਰੀਕੇ ਨਾਲ ਹੀ ਪੁੱਛਿਆ ਜਾ ਰਿਹਾ। ਕਿਸੇ ਵੈਸ਼ੀ ਦਾ ਕਾਨੂੰਨੀ ਨਿਆਂ ਪ੍ਰਣਾਲੀ ਨਾਲ ਕਤਲ, ਫਾਂਸੀ ਦਾ ਇਹ ਨਵਾਂ ਨਾਮ ਹੈ, ਕੀ ਵੈਸ਼ੀਪੁਣੇ ਨੂੰ ਰੋਕਦਾ ਹੈ, ਇਨਸਾਫ ਕਰਦਾ ਹੈ, ਬਿਹਤਰ ਸਮਾਜ ਬਣਾਉਂਦਾ ਹੈ? ਤੇ ਸਵਾਲ ਪੁੱਛਣ ਦਾ ਦੂਸਰਾ ਵੀ ਤਾਂ ਤਰੀਕਾ ਹੈ, ਕੌਣ ਨੇ ਉਹ ਲੋਕ ਜਿਹੜੇ ਅੱਤਵਾਦੀਆਂ ਲਈ, ਬੰਬ ਧਮਾਕੇ ਕਰਨ ਵਾਲਿਆਂ ਲਈ ਅੱਧੀ ਰਾਤ ਨੂੰ ਅਦਾਲਤਾਂ ਖੁਲਵਾਉਂਦੇ ਨੇ, ਬਲਾਤਕਾਰੀਆਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਤਰਲੋ ਮੱਛੀ ਹੋਏ ਫਿਰਦੇ ਨੇ? ਵੇਖੋ, ਇੱਕੋ ਸਵਾਲ ਪੁੱਛਣ ਦੇ ਤਰੀਕੇ ਵਿੱਚ ਵੀ ਕਿੰਨੀ ਸਿਆਸਤ ਲੁਕੀ ਫਿਰਦੀ ਹੈ। ਇਸੇ ਲਈ ਆਓ ਜਵਾਬ ਦੇਣ ਵਾਲਿਆਂ ਨਾਲ ਤੁਹਾਡੀ ਪਹਿਚਾਣ ਕਰਵਾਉਂਦੇ ਹਾਂ। ਸਾਡੇ ਨਾਲ ਜੁੜ ਰਹੇ ਨੇ ਹਿੰਦੁਸਤਾਨ ਦੇ ਐਡੀਸ਼ਨਲ ਸੋਲਿਸਿਟਰ ਜਨਰਲ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਸਤਪਾਲ ਜੈਨ ਜੀ, ਬੀਜੇਪੀ ਦੇ ਲੀਗਲ ਸੈੱਲ ਦੇ ਇੱਕ ਲੰਬਾ ਸਮਾਂ ਪ੍ਰੈਜ਼ੀਡੈਂਟ ਰਹੇ ਸਤਪਾਲ ਜੈਨ ਜੀ। ਫਾਂਸੀ ਦੇ ਇਸ ਡਿਬੇਟ ਤੋਂ ਕੌਣ ਫਾਂਸੀਆਂ ਤੱਕ ਪਹੁੰਚਦਾ, ਕਿਸ ਕਿਸਮ ਦੇ ਲੋਕ, ਕਿਹੜੇ ਮਾਰਜਨਲਾਈਜ਼ਡ ਪੂਅਰ ਸੈਕਸ਼ਨ ਦੇ ਲੋਕ ਪਹੁੰਚਾਏ ਜਾਂਦੇ ਨੇ ਇਸ ਆਰਗੂਮੈਂਟ ਨਾਲ, ਤੇ ਦੇਸ਼ ਦੀ ਸੁਰੱਖਿਆ ਲਈ ਔਰ ਖਾਸ ਤੌਰ ਤੇ ਵੈਸ਼ੀ ਦਰਿੰਦਿਆਂ ਲਈ ਜਿਸ ਵੇਲੇ ਉਹ ਸੈਂਟੈਂਸ ਹੋ ਜਾਣ, ਪੂਰੇ ਨਿਆਂ ਪ੍ਰਣਾਲੀ ਅਨੁਸਾਰ ਕਨਵਿਕਟ ਹੋ ਜਾਣ, ਤਾਂ ਫਿਰ ਉਹਨਾਂ ਨੂੰ ਫਾਂਸੀ ਦੇਣ ਤੋਂ ਰੋਕਣ ਵਾਲੇ ਲੋਕਾਂ ਦਾ ਡਿਬੇਟ ਕਿਸ ਖਾਤੇ ਪੈਂਦਾ, ਇਹਨੂੰ ਬੜੀ ਨੇੜਿਓਂ ਨਜਿੱਠਦੇ ਆ ਰਹੇ ਨੇ। ਸਾਡੇ ਨਾਲ ਜੁੜ ਰਹੇ ਨੇ ਬਹੁਤ ਹੀ ਉੱਘੇ ਵਕੀਲ ਤੇ ਹਿਊਮਨ ਰਾਈਟਸ ਐਕਟਿਵਿਸਟ ਰਾਜਵਿੰਦਰ ਬੈਂਸ ਜੀ। ਰਾਜਵਿੰਦਰ ਬੈਂਸ ਜੀ ਦੀ ਕਮਿਟਮੈਂਟ ਦੇਸ਼ ਦੇ ਵਿੱਚੋਂ ਕੈਪੀਟਲ ਪਨਿਸ਼ਮੈਂਟ ਦੇ ਅਗੇਂਸਟ ਬੜੀ ਕਲੀਅਰ ਹੈ, ਪਰ ਕੀ ਇਹ ਕਮਿਟਮੈਂਟ ਹਰ ਵੇਲੇ ਨਜ਼ਰ ਆਉਂਦੀ ਹੈ? ਉਸ ਵੇਲੇ ਵੀ ਜਿਸ ਵੇਲੇ ਕੋਈ ਅਫਜ਼ਲ ਗੁਰੂ ਫਾਂਸੀ ਤੇ ਜਾਂਦਾ, ਤੇ ਉਸ ਵੇਲੇ ਜਿਸ ਵੇਲੇ ਕਿਸੇ ਕਸਾਬ ਨੂੰ ਫਾਂਸੀ ਲੱਗ ਰਹੀ ਸੀ। ਇਹ ਆਵਾਜ਼ਾਂ ਯਕੂਬ ਮੈਨਨ ਤੋਂ ਬਾਅਦ ਅਚਾਨਕ ਇੰਨੀ ਉੱਚੀ ਕਿਉਂ ਉੱਠਦੀਆਂ ਨੇ? ਸਾਡੇ ਨਾਲ ਜੁੜ ਰਹੇ ਨੇ ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀਜ਼ ਤੋਂ ਅਰਜੁਨ ਸ਼ੌਰਾਨ ਜੀ। ਪੇਸ਼ੇ ਤੋਂ ਵਕੀਲ ਅਰਜੁਨ ਸ਼ੌਰਾਨ ਜੀ ਵੀ ਐਕਟਿਵਿਸਟ ਨੇ। ਇਸ ਡਿਬੇਟ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਦੇ ਅਗੇਂਸਟ ਕੀ ਸਟੈਂਡ ਇਕਹਿਰਾ ਹੀ ਲਿਆ ਜਾ ਸਕਦਾ ਤੇ ਇਹਦੀਆਂ ਬਹੁਤ ਸਾਰੀਆਂ ਲੇਅਰਸ ਨੇ, ਇਹ ਪਰਸਪੈਕਟਿਵ ਲੈ ਕੇ ਆਉਣਗੇ। ਸਾਡੇ ਨਾਲ ਜੁੜ ਰਹੇ ਨੇ ਇਤਿਹਾਸ ਦੇ ਪ੍ਰੋਫੈਸਰ ਰਾਜੀਵ ਲੋਚਨ ਜੀ। ਇਤਿਹਾਸ ਕੀ ਸਿਖਾਉਂਦਾ ਸਾਨੂੰ, ਕਿਹਨਾਂ ਢੰਗ ਤਰੀਕਿਆਂ ਦੇ ਨਾਲ ਸਾਡੀਆਂ ਸੱਭਿਅਤਾਵਾਂ ਨੇ ਹਮੇਸ਼ਾ ਵੈਸ਼ੀ ਦਰਿੰਦਿਆਂ ਦੇ ਨਾਲ ਨਿਪਟਿਆ, ਤੇ ਅਜੋਕੀ ਮਾਡਰਨ ਪ੍ਰੋਗਰੈਸਿਵ ਲੋਕਧਾਰਾ ਵਾਲੇ ਲੋਕਤੰਤਰੀ ਸਮਾਜ ਦੇ ਵਿੱਚ ਕੀ ਫਾਂਸੀ ਦੀ ਕੋਈ ਜਗ੍ਹਾ ਹੈ ਜਾਂ ਕੋਈ ਵਿਚਕਾਰ ਦਾ ਰਸਤਾ ਹੈ ਜਿੱਥੇ ਫਾਂਸੀ ਲਗਾ ਦੇਣਾ ਚਾਹੀਦਾ ਤੇ ਬਿਲਕੁਲ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ, ਦੇ ਵਿਚਕਾਰ ਕਨਫਿਊਜ਼ਨ ਦਾ ਵੀ ਕੋਈ ਸਪੇਸ ਹੈ? ਪਰ ਸਤਪਾਲ ਜੈਨ ਜੀ, ਇਹ ਸਾਰਾ ਡਿਬੇਟ ਇੰਨਾ ਪੋਲਰਾਈਜ਼ਡ ਹੋਇਆ ਕਿ ਤੁਹਾਨੂੰ ਕਿਸੇ ਵਿਅਕਤੀ ਦੇ ਵੱਖ-ਵੱਖ ਮੁੱਦਿਆਂ ਤੇ ਪਹਿਲੇ ਲਏ ਸਟੈਂਡ ਤੋਂ, ਉਹਦੇ ਧਰਮ ਤੋਂ, ਤੇ ਕਿਸ ਕਿਸਮ ਦੇ ਨਾਲ ਉਹ ਹਮੇਸ਼ਾ ਪਬਲਿਕ ਇਸ਼ੂਜ਼ ਨਾਲ ਇੰਗੇਜ ਕਰਦਾ ਰਿਹਾ, ਇਹ ਅੰਦਾਜ਼ਾ ਲਗਾਉਣਾ ਬੜਾ ਸੌਖਾ ਹੈ ਕਿ ਹੁਣ ਇਹ ਯਕੂਬ ਮੈਨਨ ਨਾਲ ਹਮਦਰਦੀ ਕਰੇਗਾ, ਕਿ ਉਹਦੀ ਫਾਂਸੀ ਦੀ ਪ੍ਰੋੜਤਾ ਕਰੇਗਾ, ਦੇਸ਼ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਨਹੀਂ, ਇਹਦੇ ਤੇ ਕੀ ਸਟੈਂਡ ਲਵੇਗਾ। ਯਕੂਬ ਮੈਨਨ ਨੂੰ ਫਾਂਸੀ ਲਗਾਇਆ ਤਾਂ ਇੱਕ ਨਿਆਇਕ ਪ੍ਰਣਾਲੀ ਨੂੰ ਸਿਰੇ ਲਗਾਇਆ, ਪਰ ਪੂਰਾ ਦੇਸ਼ ਇਸ ਮੁੱਦੇ ਦੇ ਉੱਤੇ ਵੰਡਿਆ ਗਿਆ, ਪੋਲਰਾਈਜ਼ ਕਰ ਦਿੱਤਾ ਗਿਆ। ਕੈਸੀ ਇਹ ਸਿਆਸਤ ਤੇ ਕੈਸੀ ਇਹ ਨਿਆਂ ਪ੍ਰਣਾਲੀ ਹੈ? ਇਸ ਦੇ 2 ਪਹਿਲੂ ਨੇ। ਇੱਕ ਪਹਿਲੂ तो है प्योरली एकेडमिक पॉइंट ऑफ व्यू तो कि मौत की सज़ा होनी चाहिए है कि नहीं होनी चाहिए। ये विषय बहुत लंबे अरसे तो सारी दुनिया के विवाद का विषय रहा है। कुछ लोगों का मत है होनी चाहिए, कुछ का मत है नहीं होनी चाहिए। एक एकेडमिक इशू है जोड़ा रहा हमेशा, कोई इस तरह का नहीं है कि भी ये इशू कदे भी अनडिबेटेबल सी जी। दूजी गल जी है, सानू ये समझण की लोड़ है, चाहे यकूब मैनन का केस है, चाहे होर किसी का केस है, फांसी की सज़ा सरकार नहीं देंदी, फांसी की सज़ा जुडिशियल सिस्टम देंदा है। और किसी को फांसी देने दे वास्ते पहले सैशन कोर्ट, फिर हाई कोर्ट, फिर सुप्रीम कोर्ट के जजेस, फिर रिव्यू पटीशन, फिर जजेस, फिर क्यूरेटिव पटीशन, फिर जजेस, फिर मर्सी पटीशन राष्ट्रपति या गवर्नर। एक बहुत लंबी बहुत ये नहीं किया, फिर होम मिनिस्ट्री, फिर सरकार, फिर यूपीए या एनडीए कौन है? नहीं, मेरी गल समझ लो ना, राष्ट्रपति जी का मतलब ही सरकार होंदा है।
ਰਾਸ਼ਟਰਪਤੀ ਹਮੇਸ਼ਾ ਉਹ ਪਟੀਸ਼ਨ ਸਰਕਾਰ ਨੂੰ ਭੇਜਦੇ ਨੇ, ਸਰਕਾਰ ਐਗਜ਼ਾਮਿਨ ਕਰਕੇ ਰਾਸ਼ਟਰਪਤੀ ਜੀ ਨੂੰ ਭੇਜਦੀ ਹੈ, ਉਹ ਪ੍ਰੋਸੀਜਰ ਦਾ ਪਾਰਟ ਹੈ। ਉਹ ਸਰਕਾਰ A ਹੋਵੇ B ਹੋਵੇ C ਹੋਵੇ, ਸਰਕਾਰ ਦੇ ਕੋਲ ਅਲੱਗ ਤੋਂ ਪਟੀਸ਼ਨ ਨਹੀਂ ਜਾਂਦੀ, ਪਟੀਸ਼ਨ ਰਾਸ਼ਟਰਪਤੀ ਜਾਂ ਗਵਰਨਰ ਕੋਲ ਜਾਂਦੀ ਹੈ। ਮੈਂ ਸਿਰਫ ਜਿਹੜੀ ਗੱਲ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਫਾਂਸੀ ਦੇ ਵਿੱਚ ਏਡਾ ਲੰਬਾ ਪ੍ਰਕਿਰਿਆ, ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਇੱਕ ਨਹੀਂ 50 ਜਜਮੈਂਟਸ ਨੇ, ਰੇਅਰੈਸਟ ਆਫ ਦੀ ਰੇਅਰ ਕੇਸ, ਰੇਅਰੈਸਟ ਆਫ ਦੀ ਰੇਅਰ, ਕੇਸ ਮਰਡਰ ਦੇ ਆਏ ਨੇ ਤਾਂ ਬੜੀ ਮੁਸ਼ਕਲ ਨਾਲ 2 ਜਾਂ 3 ਕੇਸ ਦੇ ਵਿੱਚ ਫਾਂਸੀ ਹੁੰਦੀ ਹੈ। ਇਸ ਕਰਕੇ ਜਿਹੜਾ ਫਾਂਸੀ ਦਾ ਸਿਸਟਮ ਹੈਗਾ, ਫਾਂਸੀ ਦੇਣ ਦੀ ਸਜ਼ਾ ਹਿੰਦੁਸਤਾਨ ਦੇ ਵਿੱਚ ਹੈ, ਜਿਵੇਂ ਤੁਸੀਂ ਕਿਹਾ 35 ਮੁਲਕਾਂ ਦੇ ਵਿੱਚ ਹੈ, ਔਰ ਇਹ ਸਜ਼ਾ ਸਾਡੇ ਕੋਈ ਪਹਿਲੀ ਵਾਰ ਆਈ ਹੈ। ਇਸ ਕੱਲੇ ਅਮਰੀਕਾ ਨਾਲ ਨਹੀਂ ਖੜਿਆ ਸੀ, ਸਾਊਦੀ ਅਰੇਬੀਆ ਦੇ ਵੀ ਨਾਲ ਖੜੇ ਹੋਣਗੇ, ਬਹੁਤ ਲੋਕਾਂ ਚ ਹੋਣਗੇ, ਕਈਆਂ ਦੇ ਹੈ ਕਈਆਂ ਦੇ ਨਹੀਂ। ਮੈਂ ਕਿਹਾ ਹਰ ਦਾ ਆਪਣਾ ਆਪਣਾ ਸਿਸਟਮ ਹੈਗਾ। ਮੈਂ ਜਾਤੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਯਕੂਬ ਮੈਨਨ ਦੇ ਕੇਸ ਦੇ ਵਿੱਚ ਕੁਝ ਲੋਕਾਂ ਦਾ ਤੇ ਓਨੈਸਟ ਵਿਊ ਹੋ ਸਕਦਾ ਸੀ ਜਿਹੜੇ ਲੋਕ ਫਾਂਸੀ ਦੇ ਖਿਲਾਫ ਸਨ, ਪਰ ਅੱਜ ਸਾਡੇ ਮੁਲਕ ਦੇ ਵਿੱਚ ਦੁਰਭਾਗਯ ਹੋ ਗਿਆ ਹੈ ਕਿ ਜਦੋਂ ਅਖੀਰ ਦੇ ਵਿੱਚ ਉਹ ਸਜ਼ਾ ਲਾਗੂ ਕਰਨ ਦਾ ਮੌਕਾ ਆਉਂਦਾ, 2 ਦਿਨ ਪਹਿਲੇ, 1 ਦਿਨ ਪਹਿਲੇ, 3 ਦਿਨ ਪਹਿਲੇ, ਹਾਲਾਂਕਿ ਉਹ 20 ਸਾਲ ਤੋਂ ਪ੍ਰਕਿਰਿਆ ਚੱਲ ਰਹੀ ਸੀ, ਕੁਝ ਲੋਕਾਂ ਨੂੰ ਇਹ ਲੱਗਦਾ ਕਿ ਬਹੁਤ ਅੱਛਾ ਮੌਕਾ ਹੈਗਾ ਆਪਣੇ ਆਪ ਨੂੰ ਸਾਬਤ ਕਰਨ ਦਾ ਕਿ ਅਸੀਂ ਤਾਂ ਹਿਊਮੈਨਿਟੀ ਵਾਸਤੇ ਖੜੇ ਹਾਂ, ਅਸੀਂ ਤਾਂ ਹਿਊਮਨ ਰਾਈਟਸ ਵਾਸਤੇ ਖੜੇ ਹਾਂ। ਰਾਤ ਨੂੰ 12 ਵਜੇ 11 ਵਜੇ, ਹਾਲਾਂਕਿ ਮਾਮਲਾ 22 ਸਾਲ ਤੋਂ ਪੈਂਡਿੰਗ ਹੈ, ਧਰਨਾ ਨਹੀਂ ਲਾ ਰਿਹਾ, ਅਦਾਲਤ ਦੇ ਦਰਵਾਜ਼ੇ ਤੇ ਖਟਖਟਾ ਰਹੇ ਨੇ, ਉਹਨਾਂ ਦਾ ਪੂਰਾ ਰਾਈਟ ਹੈ, ਜਾਣ ਦਾ ਪੂਰਾ ਹੱਕ ਹੈ, ਲੇਕਿਨ ਮਾਮਲਾ ਦੇ 22 ਸਾਲ ਤੋਂ ਚੱਲ ਰਿਹਾ ਸੀ। ਹਿੰਦੁਸਤਾਨ ਦੇ ਸੰਵਿਧਾਨ ਨੇ ਆਸ਼ੀਰਵਾਦ ਉਹਨਾਂ ਨੂੰ ਦੇ ਨਾਲ ਸੀ ਕਿ ਤੁਸੀਂ ਦਰਵਾਜ਼ਾ ਖਟਕਾ ਸਕਦੇ ਹੋ। 22 ਸਾਲ ਤੋਂ ਚੱਲ ਰਿਹਾ ਸੀ ਨਾ, ਸਜ਼ਾ ਤੇ ਅੱਜ ਤੋਂ ਬਹੁਤ ਲੰਬੇ ਅਰਸੇ ਪਹਿਲੇ ਆ ਗਈ ਸੀ। ਮੇਰਾ ਕਹਿਣਾ ਇਹ ਹੈਗਾ ਕਿ ਹਿੰਦੁਸਤਾਨ ਦੇ ਸਿਸਟਮ ਵਿੱਚ ਜਦੋਂ ਤੱਕ ਫਾਂਸੀ ਦੀ ਸਜ਼ਾ ਹੈ, ਸਾਡਾ ਵਿਊ ਇਹ ਹੈ ਕਿ ਫਾਂਸੀ ਦੀ ਸਜ਼ਾ ਰਹਿਣੀ ਚਾਹੀਦੀ ਹੈ, ਫਾਂਸੀ ਦੀ ਸਜ਼ਾ ਬਰਕਰਾਰ ਰਹਿਣੀ ਚਾਹੀਦੀ ਹੈ। ਇਹ ਨਹੀਂ ਹੋ, ਇੱਕ ਸੈਕਿੰਡ, ਇਹ ਨਹੀਂ ਹੋ ਸਕਦਾ ਕਿ ਨਿਰਭਇਆ ਕਾਂਡ ਦੇ ਲੋਕ ਇੱਕ ਨੌਜਵਾਨ ਇਨੋਸੈਂਟ ਮਹਿਲਾ ਨੂੰ ਪਕੜ ਲੈਣ, 5 ਲੋਕ ਉਹਦੇ ਨਾਲ ਬਲਾਤਕਾਰ ਕਰਨ, ਪ੍ਰਾਈਵੇਟ ਪਾਰਟ ਚ ਆਇਰਨ ਦੀ ਰੋਡ ਪਾ ਦੇਣ, ਔਰ ਫਿਰ ਅਸੀਂ ਕਹੀਏ ਕਿ ਨਹੀਂ 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 ਸਜ਼ਾ ਨਹੀਂ, ਇਹਨਾਂ ਨਾਲ ਕੰਪੈਸ਼ਨੈਲਿਟੀ ਇਹ ਨਹੀਂ ਹੋ ਸਕਦਾ, ਪ੍ਰੋਪੋਰਸ਼ਨੇਟਲੀ ਸਜ਼ਾ ਮਿਲਣੀ ਚਾਹੀਦੀ। ਰਾਜਵਿੰਦਰ ਬੈਂਸੀ, ਮੈਂ ਜਸਟ ਪਹਿਲਾਂ ਤਾਂ ਉਸ ਪੁਆਇੰਟ ਤੇ ਲੈ ਰਿਹਾ ਸਤਪਾਲ ਜੈਨ ਜੀ ਦੇ ਇਸ ਕਮੈਂਟ ਨੂੰ ਕਿ ਇੱਕ ਕਾਨੂੰਨੀ ਪ੍ਰਕਿਰਿਆ ਦੁਆਰਾ ਫਾਂਸੀ ਲੱਗਦੀ ਹੈ ਤੇ ਵਿਅਕਤੀ ਮੌਤ ਦੀ ਤਖਤੇ ਤੱਕ ਪਹੁੰਚਦਾ। ਸਵਾਲ ਇਹ ਹੈ, ਜਿਹੜੇ ਲੋਕ ਕੈਪੀਟਲ ਪਨਿਸ਼ਮੈਂਟ ਦਾ ਵਿਰੋਧ ਕਰ ਰਹੇ ਨੇ, ਉਹਨਾਂ ਦਾ ਕਹਿਣਾ ਹੈ ਜੁਡੀਸ਼ਰੀ ਸਿਰਫ ਇਹ ਡਿਸਾਈਡ ਕਰਦੀ ਹੈ ਕਿ ਕੌਣ ਮਰੇਗਾ, ਜੁਡੀਸ਼ੀਅਲ ਪ੍ਰੋਸੈਸ ਨਹੀਂ। ਪਰ ਸੱਚਮੁੱਚ ਅਸਲ ਵਿੱਚ ਉਹ ਇਹ ਡਿਸਾਈਡ ਨਹੀਂ ਕਰਦੀ, ਕਿਉਂਕਿ ਜਿਸ ਵੇਲੇ ਜੁਡੀਸ਼ਰੀ ਨੇ ਫੈਸਲਾ ਦਿੱਤਾ 2010 ਤੋਂ ਲੈ ਕੇ 2013 ਤੱਕ 436 ਲੋਕਾਂ ਨੂੰ ਕੈਪੀਟਲ ਪਨਿਸ਼ਮੈਂਟ ਦਿੱਤੀ ਗਈ ਹੈ, 280 ਦੀ ਕਮਿਊਟ ਹੋ ਗਈ ਹੈ, ਕੇਵਲ 2 ਐਗਜ਼ੀਕਿਊਟ ਹੋਏ ਨੇ ਤੇ ਬਾਕੀ ਸਾਰੇ ਡੈਥ ਰੋ ਤੇ ਨੇ। ਸੋ ਜੁਡੀਸ਼ਰੀ ਡਸ ਨਾਟ ਡਿਸਾਈਡ ਕਿ ਫਾਈਨਲੀ ਫਾਂਸੀ ਦੇ ਤਖਤੇ ਤੇ ਕੌਣ ਚੜੇਗਾ, ਉਹਦੇ ਵਿੱਚ ਐਗਜ਼ੈਕਟਿਵ ਦਾ ਇੱਕ ਵੱਡਾ ਰੋਲ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕੈਪੀਟਲ ਪਨਿਸ਼ਮੈਂਟ ਦੇ ਉੱਤੇ ਜਿਹੜੇ ਸਵਾਲ ਨੇ ਉਹ ਇੱਕ ਤਾਂ ਲੀਗਲ ਸਿਸਟਮ ਦੇ ਵਿੱਚ ਇੰਨਾ ਇਕੁਇਟੀ ਨਹੀਂ ਹੈ ਜਸਟਿਸ ਦੀ ਕਿ ਸਾਰਿਆਂ ਦੀ ਉੱਥੇ ਤੱਕ ਪਹੁੰਚ ਹੋਵੇ। ਇਹੋ ਜਿਹਾ ਮਹਿੰਗਾ ਲੀਗਲ ਸਿਸਟਮ ਹੈ ਕਿ ਕੋਈ ਪੈਸੇ ਵਾਲਾ, ਕੋਈ ਤਨਾੜ, ਉਹਨਾਂ ਲਈ ਤਾਂ ਖੈਰ ਦੇਸ਼ ਦੇ ਬਹੁਤੇ ਕਾਨੂੰਨਾਂ ਦਾ ਅਸਰ ਹੀ ਨਹੀਂ ਹੁੰਦਾ, ਫਾਂਸੀ ਦੇ ਕਾਨੂੰਨਾਂ ਦੀ ਤਾਂ ਦੂਰ ਤੱਕ ਗੱਲ ਨਹੀਂ। ਕੀ ਤੁਹਾਨੂੰ ਲੱਗਦਾ ਹੈ ਡਿਮਾਂਡ ਇਹ ਹੋਣੀ ਚਾਹੀਦੀ ਸੀ ਕਿ ਇਹ ਮਿਸਯੂਜ਼ ਨਾ ਹੋ ਜਾਵੇ, ਕੈਪੀਟਲ ਪਨਿਸ਼ਮੈਂਟ ਹੋਰ ਇਹਦੇ ਕੋਡੀਫਿਕੇਸ਼ਨ ਕੀਤੀ ਜਾਵੇ, ਸਟ੍ਰਿੰਜੈਂਟ ਬਣਾ ਦਿੱਤੇ ਜਾਣ ਤਾਂ ਕਿ ਸੱਚਮੁੱਚ ਰੇਅਰੈਸਟ ਆਫ ਦਾ ਰੇਅਰ ਹੋਵੇ, ਜਾਂ ਇਹ ਕਿ ਕਿਉਂਕਿ ਅਸੀਂ ਠੀਕ ਤਰੀਕੇ ਨਾਲ ਲਾਗੂ ਨਹੀਂ ਕਰ ਪਾ ਰਹੇ ਤੇ ਇਹਦੇ ਵਿੱਚ ਪੋਲੀਟੀਕਲ ਐਂਗਲ ਆ ਜਾਂਦੇ ਨੇ, ਇਸ ਲਈ ਬੈਨਿਸ਼ ਕਰ ਦਿੱਤੀ ਜਾਵੇ, ਹਟਾਈ ਦਿੱਤੀ ਜਾਵੇ ਇਹਦੇ ਸਾਡੇ ਆਈਪੀਸੀ ਵਿੱਚੋਂ? ਨਹੀਂ, ਇਹ ਗੱਲ ਨਹੀਂ ਹੈ। ਇਹ ਤਾਂ ਗੱਲ ਠੀਕ ਹੈ ਕਿ ਅਲਟੀਮੇਟਲੀ ਜਿਹੜੀ ਡੈਥ ਸੈਂਟੈਂਸ ਐਕਸੀਕਿਊਸ਼ਨ ਸਰਕਾਰ ਦਿੰਦੀ ਹੈ, ਸਰਕਾਰ ਕੋਲ ਹਮੇਸ਼ਾ ਪਾਵਰ ਹੁੰਦੀ ਹੈ ਮਾਫੀ ਦੇਣ ਦੀ, ਜਿੰਨਾ ਮਰਜ਼ੀ ਕੋਰਟ ਕਹੀ ਜਾਵੇ ਸਰਕਾਰ ਉਹਨੂੰ ਮਾਫ ਕਰ ਸਕਦੀ ਹੈ, ਐਬਸੋਲੂਟ ਪਾਵਰ ਹੈ, ਹਰ ਦੇਸ਼ ਕੋਲ ਹੁੰਦੀ ਹੈ, ਹੋਣੀ ਵੀ ਚਾਹੀਦੀ। ਸੋ ਫਾਂਸੀ ਤਾਂ ਤੁਸੀਂ ਸਰਕਾਰ ਦੀ ਮਰਜ਼ੀ ਨਾਲ ਜਾਂਦੇ ਹੋ, ਜੁਡੀਸ਼ਰੀ ਨਾਲ ਨਹੀਂ। ਸਰਕਾਰ, ਜੁਡੀਸ਼ਰੀ ਜੋ ਮਰਜ਼ੀ ਕਹੀ ਜਾਵੇ, ਫਾਂਸੀ ਸਰਕਾਰ ਦਿੰਦੀ ਹੈ ਔਰ ਸਰਕਾਰ ਕੋਲ ਹਮੇਸ਼ਾ ਪਾਵਰ ਰਹਿੰਦੀ, ਸੰਵਿਧਾਨ ਨੇ ਦਿੱਤੀ ਹੈ ਕਿ ਤੁਸੀਂ ਮਾਫੀ ਦੇ ਦਿਓ, ਜਿੰਨੀ ਮਰਜ਼ੀ ਵਾਰੀ ਜੁਡੀਸ਼ਰੀ ਕਹਿੰਦੀ ਰਹੇ ਸਰਕਾਰ ਉਹਨੂੰ ਮਾਫ ਕਰ ਸਕਦੀ ਹੈ। ਸੋ ਜਿਹੜਾ ਲਾਸਟ ਵਰਡ ਹੈ ਇਹ ਹਮੇਸ਼ਾ ਕੈਬਨਿਟ ਕੋਲ ਹੁੰਦਾ ਹੈ, ਚਾਹੇ ਸਟੇਟ ਕੈਬਨਿਟ ਕੋਲ, ਚਾਹੇ ਸੈਂਟਰ ਕੈਬਨਿਟ। ਤੋਂ ਇਹਦੇ ਵਿੱਚ ਕੋਈ ਸਪਸ਼ਟ ਹੈ ਕਿ ਜਿਹੜੀ ਐਕਚੁਅਲੀ ਫਾਂਸੀ ਲੱਗਦੀ ਹੈ ਉਹ ਕੈਬਨਿਟ ਦਾ ਡਿਸੀਜਨ, ਨਾ ਕਿ ਸੁਪਰੀਮ ਕੋਰਟ ਦਾ ਡਿਸੀਜਨ। ਸੋ ਦੇਅਰਫੋਰ ਵਾਟ ਇਜ਼ ਯੋਰ ਡਿਮਾਂਡ ਕਿ ਇਹ ਸਿਸਟਮ ਨੂੰ ਚੇਂਜ ਕੀਤਾ ਜਾਵੇ, ਜੁਡੀਸ਼ੀਅਲ ਵਰਡ ਦੀ ਸੈਂਕਟੀਟੀ ਰੱਖੀ ਜਾਵੇ, ਫਾਂਸੀ ਦਾ ਸਿਸਟਮ ਹਟਾ ਦਿੱਤਾ ਜਾਵੇ। ਇਸੇ ਲਈ ਡੈਥ ਸੈਂਟੈਂਸ ਵਿੱਚ ਪੋਲਿਟਿਕਸ ਐਂਟਰ ਕਰਦੀ ਹੈ ਕਿਉਂਕਿ ਕੈਬਨਿਟ ਡਿਸਾਈਡ ਕਰਦੀ ਹੈ, ਐਂਡ ਕੈਬਨਿਟ ਦਾ ਪੋਲਿਟਿਕਸ ਆਊਟ, ਕੈਬਨਿਟ ਨੂੰ ਕੈਬਨਿਟ ਇਜ਼ ਅ ਪੋਲਿਟਿਕਲ ਬੋਡੀ। ਸੋ ਵਾਟ ਇਜ਼ ਯੋਰ ਡਿਮਾਂਡ? ਕੀ ਅਜਿਹਾ ਇਹ ਡਿਮਾਂਡ ਕਿਉਂ ਨਹੀਂ ਹੈ ਸਾਰੇ ਹਿਊਮਨ ਰਾਈਟਸ ਐਕਟਿਵਿਸਟ ਵੱਲੋਂ ਜਿਹੜੇ ਕੰਪੈਸ਼ਨ ਨੂੰ ਲੈ ਕੇ ਇੰਨਾ ਰੌਲਾ ਪਾਉਂਦੇ ਨੇ? ਜੇ ਤੁਸੀਂ ਹੈਂਗਿੰਗ ਵਿੱਚ ਪੋਲਿਟਿਕਸ ਖਤਮ ਕਰਨੀ ਹੈ ਤਾਂ ਫਿਰ ਤੁਹਾਨੂੰ ਡੈਥ ਸੈਂਟੈਂਸ ਖਤਮ ਕਰਨੀ ਪੈਂਦੀ ਹੈ, ਕਿਉਂਕਿ ਪਿਛਲੇ 50 ਸਾਲ ਤੋਂ ਹੈਂਗਿੰਗ ਇਜ਼ ਯੂਜ਼ਡ ਕੀਤੀ ਗਈ ਹੈ। ਜਿੱਥੇ ਵੋਟਾਂ ਜ਼ਿਆਦਾ ਮਿਲਦੀਆਂ ਉਹਨੂੰ ਹੈਂਗ ਕਰ ਦਿਓ, ਜਿੱਥੇ ਵੋਟਾਂ ਜ਼ਿਆਦਾ ਮਿਲਦੀਆਂ ਜੇ ਉਹਨੂੰ ਬਚਾ ਕੇ ਹੈਂਗ ਜ਼ਿਆਦਾ ਵੋਟਾਂ ਮਿਲਦੀਆਂ ਤੁਸੀਂ ਬਿਲਕੁਲ ਹਰ ਐਕਸੀਕਿਊਸ਼ਨ ਤੇ ਅਰਜੁਨ ਸ਼ਰਾਣਾ, I just have last 1 minute but I want to take you in ਕਿ ਸਿਸਟਮ ਨੂੰ ਚੋਰ ਮੋਰੀਆਂ ਬੰਦ ਕਰਨ ਵਾਲੇ ਪਾਸੇ ਨੂੰ ਚਲਾਉਣਾ ਚਾਹੀਦਾ ਹੈ ਤਾਂ ਕਿ ਉਹਦੇ ਵਿੱਚੋਂ ਜਿਹੜੀ ਡਿਸਕ੍ਰਿਸ਼ਨ ਹੈ ਉਹ ਦੂਰ ਹੋ ਜਾਵੇ, ਵੱਖ-ਵੱਖ ਬੈਂਚਸ ਕੋਲ ਜਾਂਦਾ ਕੇਸ ਤਾਂ ਉਹਦੇ ਵਿੱਚ ਜਿਹੜਾ ਫਰਕ ਆ ਜਾਂਦਾ ਉਹ ਦੂਰ ਹੋ ਜਾਵੇ, ਥੋੜੀ ਕੋਡੀਫਿਕੇਸ਼ਨ ਕਰ ਦਿੱਤੀ ਜਾਵੇ, ਸਟ੍ਰਿੰਜੈਂਟਲੀ ਡਿਫਾਈਨ ਕਰ ਦਿੱਤਾ ਜਾਵੇ। ਤੁਸੀਂ ਇਹ ਵੀ ਤਾਂ ਕਰ ਸਕਦੇ ਹੋ ਨਾ ਕਿ ਫਾਂਸੀ ਸਿਰਫ ਤੇ ਸਿਰਫ ਟੈਰਰਿਜ਼ਮ ਦੇ ਕੇਸਿਸ ਵਿੱਚ ਹੋਵੇਗੀ ਜਾਂ ਰੇਪ ਕੇਸਿਸ ਵਿੱਚ ਹੋਵੇਗੀ, ਇਸ ਤਰੀਕੇ ਨਾਲ ਕਲਾਸਿਸ ਬਣਾਈਆਂ ਜਾ ਸਕਦੀਆਂ ਨੇ, ਰੇਅਰੈਸਟ ਆਫ ਦਾ ਰੇਅਰ ਨੂੰ ਹੋਰ ਕਲੀਅਰ ਕਰ ਦਿੱਤਾ ਜਾਵੇ। ਇਜ਼ ਦੈਟ ਅ ਗੁੱਡ ਵੇ? ਇਟ ਇਜ਼ ਨਾਟ ਦ ਗੁੱਡ ਵੇ। ਮੈਂ ਦੱਸਦਾ ਕਿਉਂ, ਕਿਉਂਕਿ ਇਸ ਸਟੱਡੀਜ਼ ਨੇ ਇਹ
ਇਹ ਨਿਸ਼ਕਰਸ਼ ਨਿਕਾਲਿਆ ਹੈ ਕਿ ਬਾਰ-ਬਾਰ ਡਿਸਕ੍ਰਿਸ਼ਨ ਦਾ, ਸੁਪਰੀਮ ਕੋਰਟ 'ਚ ਅਪੀਲ ਦਾ ਜਾਂ ਰਿਵਿਊ ਲਈ 15 ਮਿੰਟ ਮਿਲਣੇ ਚਾਹੀਦੇ, ਇਹ ਸਾਰੇ ਪ੍ਰੋਸੀਜਰਲ ਸੇਫਗਾਰਡ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਗਲਤ ਫਾਂਸੀ ਦਿੱਤੀ ਜਾਂਦੀ ਹੈ। ਇਸ ਕਰਕੇ ਹਟਾ ਦਿੱਤੀ ਜਾਵੇ। ਤੁਹਾਨੂੰ ਪਤਾ ਕਿ ਤੁਹਾਡੀ ਗੱਲ ਦੀ ਹਰ ਤੰਦ ਉਸ ਮੁਕੇਸ਼ ਕੁਮਾਰ ਨਾਲ, ਨਿਰਭੈ ਦੇ ਉਹਨਾਂ ਕਾਤਲਾਂ ਨਾਲ, ਦਰਿੰਦਿਆਂ ਨਾਲ ਜਾ ਜੁੜ ਰਹੀ ਹੈ ਤੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣ ਦਾ ਆਰਗੂਮੈਂਟ ਬਿਲਕੁਲ ਹੈ। ਉਹਨਾਂ ਨੂੰ ਬਚਾਉਣ ਦਾ ਹੈ। ਦਵਿੰਦਰਪਾਲ ਭੁੱਲਰ ਜੇ ਬਚ ਸਕਦੇ ਨੇ, ਅਜਮਲ ਕਸਾਬ ਨੂੰ ਬਚਾਉਣ ਦਾ, ਅਜਮਲ ਕਸਾਬ ਨੂੰ ਬਚਾਉਣ ਦਾ ਵੀ ਸੀ। ਅਸੀਂ ਤਦ ਵੀ ਲੜੇ ਸੀ, ਅੱਜ ਵੀ ਲੜਾਂਗੇ। ਤੁਹਾਨੂੰ ਲੱਗਦਾ ਹੈ ਦੇਸ਼ ਸਾਧਵੀ ਪ੍ਰਗਿਆ ਨੂੰ ਜੇ ਮਿਲੇਗੀ ਤਦ ਵੀ ਲੜਾਂਗੇ। ਦੇਸ਼ ਦੀ ਓਪੀਨੀਅਨ ਦੀ ਮੁੱਖ ਧਾਰਾ ਤੁਹਾਡੇ ਇਸ ਕਿਸਮ ਦੇ ਓਪੀਨੀਅਨ ਨੂੰ ਹਜ਼ਮ ਕਰ ਪਾਏਗੀ? ਦੇਖੋ ਜੀ, ਆਰ ਯੂ ਹੈਲਪਿੰਗ ਯੋਰਸੈਲਫ? I may or may not be. मैं सिर्फ एक गल कह रहा हूं, 1977 ਚ ਕੇਵਲ 16 ਦੇਸ਼ ਸੀਗੇ ਜਿਨ੍ਹਾਂ ਨੇ ਫਾਂਸੀ ਨੂੰ ਬੈਨ ਕੀਤਾ ਸੀ ਜੀ। ਅੱਜ ਤੁਸੀਂ ਖੁਦ ਹੀ ਸਟੈਟਿਸਟਿਕ ਕਹਿ ਰਹੇ 140 ਤੋਂ ਵੱਧ ਦੇਸ਼ ਹੋ ਗਏ, 143 ਦੇਸ਼। ਇਹ ਅੱਜ ਦੀ ਸਰਕਾਰ ਬੈਨ ਕਰਨ ਦਾ ਬਹੁਤ ਸ਼ੌਕ ਰੱਖਦੀ ਹੈ, ਤਾਂ ਅੱਜ ਇਹ ਚੀਜ਼ ਵੀ ਬੈਨ ਕਰ ਦੇ, ਡੈਥ ਪੈਨਲਟੀ ਨੂੰ ਖਤਮ ਕਰ ਦੇ। ਖਤਮ ਕਰਕੇ ਇੱਕ ਨਈ ਤਰ੍ਹਾਂ ਦੀ ਤੁਸੀਂ ਸੋਚ ਲਾਓ, ਆਪਣੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਬਦਲਣ ਦੀ ਸੋਚ ਲਾਓ। ਇਨਵੈਸਟੀਗੇਸ਼ਨ ਨੂੰ ਵਧੀਆ ਨਹੀਂ ਕਰਨਗੇ, ਕੋਰਟ ਸਿਸਟਮ ਨੂੰ ਵਧੀਆ ਨਹੀਂ ਕਰਨਗੇ, ਪਰ ਇਹ ਕਹਿਣਗੇ ਕਿ ਡੈਥ ਪੈਨਲਟੀ। ਬੋਥ ਆਰ ਨਾਟ ਮਿਊਚੁਅਲੀ ਐਕਸਕਲੂਸਿਵ। ਕੋਈ ਨਹੀਂ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਨੂੰ ਵਧੀਆ ਨਾ ਕਰੋ, ਕੋਰਟ ਸਿਸਟਮ ਨੂੰ ਵਧੀਆ ਨਾ ਕਰੋ, ਪਰ ਉਹ 143 ਦੇਸ਼ ਜਿਨ੍ਹਾਂ ਦਾ ਤੁਸੀਂ ਨਾਮ ਜ਼ਿਕਰ ਕਰ ਰਹੇ ਹੋ, ਜਿਹੜੇ ਡੈਥ ਪਨਿਸ਼ਮੈਂਟ ਨੂੰ, ਕੈਪੀਟਲ ਪਨਿਸ਼ਮੈਂਟ ਦੇ ਉੱਤੇ ਬੈਨ ਲਾ ਚੁੱਕੇ ਨੇ, ਸਾਡਾ ਉਹਨਾਂ ਨਾਲ ਕੀ, ਹਰ ਦੇਸ਼ ਦਾ ਇੱਕ ਆਪਣਾ ਕਾਨੂੰਨ ਹੈ, ਸਾਡਾ ਆਪਣਾ ਸੰਵਿਧਾਨ, ਆਪਣੇ ਕਾਨੂੰਨ ਹੈ ਤੇ ਸਾਡੀਆਂ ਆਪਣੀਆਂ ਰਿਐਲਿਟੀਜ਼ ਨੇ। ਕਿ ਹਿੰਦੁਸਤਾਨ ਦੀਆਂ ਰਿਐਲਿਟੀਜ਼ ਇਹ ਅਫੋਰਡ ਕਰਦੀਆਂ ਨੇ ਕਿ ਕੈਪੀਟਲ ਪਨਿਸ਼ਮੈਂਟ ਨੂੰ ਬੰਦ ਕਰ ਦਿੱਤਾ ਜਾਵੇ? ਇਹ ਆਰਗੂਮੈਂਟ ਕੰਪੈਸ਼ਨ ਦਾ ਹੈ ਜਾਂ ਇਹ ਆਰਗੂਮੈਂਟ ਲਾਅ ਦੇ ਵਿੱਚ ਸੋਧ ਦਾ ਹੈ? ਇਹ ਤੇ ਡਿਬੇਟ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ। ब्रेक तो बाद फिर स्वागत है। चर्चा कर रहे हैं फांसी का रस्सा इस देश के विच रहना चाहिए ताकि उस तो लटक जान कुछ वैशी दरिंदे, या हटा देना चाहिए क्योंकि कंपैशन एक किसी लोकतंत्र का एक बड़ा आर्गूमेंट होंगे। सारे नाल चर्चा में शामिल ने एडिशनल सॉलिसिटर जनरल ऑफ इंडिया सतपाल जैन जी, राजविंदर बैंस जी वकील ते उगे ह्यूमन राइट्स एक्टिविस्ट, अर्जुन शेरान जी PUCL तो प्रोफैसर राजीव लोचन जी इतिहास के प्रोफैसर ते गवाह। सतपाल जैन जी, द न्यूज़ कास्ट्स अ शेमफुल शैडो, फांसी का रस्सा एक शर्मनाक परछावा है। ये शब्द तुहाडी पार्टी के सन्मानयोग MP वरुण गांधी जी दे ने। इहो जे मिलते जुलते शब्द ही शशि थरूर जी दे ने। अक्रॉस पोलीटिकल पार्टीज, अक्रॉस एज ग्रुप्स एक लगातार बड़ा स्ट्रोंग आर्गूमेंट फांसी की सज़ा के खिलाफ इसलिए है कि जे असी वर्ल्ड पावर हाँ, प्रोग्रैसिव शक्तियां दे नाल इंगेज करना, तो जेडे दुनिया के प्रोग्रैसिव धारावां ने वो ये डिमांड करदियां कि कैपीटल पनिशमेंट हटा दी जाए। यूनाइटेड नेशनस की जनरल असैंबली ये रेजोल्यूशन लैके आई सी कि कैपीटल पनिशमेंट हटा दी जाए। सानू चंगा नहीं लगा सऊदी अरेबिया के नाल उहदे अगेंस्ट वोट पांदियां होया, अनलैस अंटिल तुहानू चंगा लगता होवे कि अमरीका भी साडे नाल है। कि ये समा नहीं, क्योंकि कैपीटल पनिशमेंट की पोलिटिसाइजेशन दरअसल इन्नी हो रही है कि ਇਹਦਾ ਖਮਿਆਜ਼ਾ ਸਾਰੀਆਂ ਸਰਕਾਰਾਂ ਭੁਗਤਦੀਆਂ ਆ ਰਹੀਆਂ। ਇੱਕ ਪ੍ਰੋਬਲਮ ਆ ਜਾਂਦੀ ਹੈ, ਅੱਧੀ ਰਾਤ ਨੂੰ ਸੁਪਰੀਮ ਕੋਰਟ ਦੇ ਦਰਵਾਜ਼ੇ ਇੱਕ ਵਾਰੀ ਖੁੱਲ ਜਾਂਦੇ ਨੇ, ਅਗਲੀ ਵਾਰੀ ਹਰ ਵਾਰੀ ਹੁਣ ਅੱਧੀ ਰਾਤ ਨੂੰ ਕੋਈ ਜਾਇਆ ਕਰੇਗਾ, ਫਿਰ ਕੋਈ ਧਰਨੇ, ਕੋਈ ਮੁਜ਼ਾਹਰੇ। ਤੁਹਾਨੂੰ ਪਤਾ ਕਿ ਇਸ ਕਿਸਮ ਦਾ ਮਾਹੌਲ ਅਫਜ਼ਲ ਗੁਰੂ ਤੋਂ ਬਾਅਦ ਇਸ ਦੇਸ਼ ਦੇ ਵਿੱਚ ਬਣਿਆ ਸੀ। ਵਾਈ ਕਾਂਟ ਦ ਗਵਰਨਮੈਂਟ ਸਿੰਪਲੀ escape this by not only ending capital punishment but being seen as progressive, लिबरल, डेमोक्रेटिक? को मैं समझदा कि जिथों तक तुसी शुरुआत की बहुत लंबे सवाल दे विच कुछ लोगों की कोट दी है। मैं शुरू च गल, मैं अपनी गवाही च महात्मा गांधी जी नु भी लिया सकदा सी, पर कुछ लोगों दा मत, मैं तुहानू शुरू च भी मैं गल कही सी, कुछ लोगों का एकेडमिकली ये मत हमेशा रहा है, हो सकता अगे ते भी रहे कि भाई ये कैपिटल पनिशमेंट नहीं होनी चाहिए, लेकिन असी इस गल दे नाल सहमत नहीं। तुसी अमेरिका की गल की है, सऊदी अरेबिया की गल की है, बहुत सारे मुल्कों की गल की है। बहुत सारे मुल्कों दे विच अपने अपने किस्म का जुडिशल सिस्टम है जी। साडे जो जुडिशल सिस्टम अडॉप्ट किया गया वो सारे देश की एक जिहड़ी कॉमन विजडम सी, सबने मिलके बैठ के वो सिस्टम बनाया, कानून बनाया। हाइपोथेटिकल क्वेश्चन, पर जिथों तक सवाल इंटरवेंशन, हाइपोथेटिकल क्वेश्चन, पूरी गल कर लें, तो बहुत लंबा सवाल से जवाब तो थोड़ा लें। श्योर, गो अहेड। मेरा कहना है कि ये गल कहना कि जी प्रोग्रेसिव कंट्रीज क्योंकि फांसी नहीं दे रही, असी भी फांसी ना दईए, मैं नहीं समझ पा रहा कि फांसी देने दे नाल किवें असी प्रोग्रेसिव ना होके बैकवर्ड हो गया। क्यों यूरोपियन यूनियन ने इस नु एक प्री कंडीशन रखा है, इवन मेंबरशिप लिए अप्लाई करने लिए भी क्यों रखा है? ये सवाल वो देंगे। साडे सिस्टम, साडे मुल्क दा अपना सिस्टम है, साडा हजारां सालां दा इतिहास है, साडी अपनी एक जुडिशल सिस्टम है, पॉलिटिकल सिस्टम है। ये गल कई बार ब्रिटेन से खत्म कर दी, वही गल ब्रिटेन वाले कर लें कि किसी मुल्क ने, तुसी कह रहे हो बहुत सारे लोगों ने अपील की है कि डेथ सिस्टम खत्म होना चाहिए। उन्होंने किते ये भी किया सी कि निर्दोष लोगों का कत्ल होना चाहिए, उन्होंने नाल ये भी तो किया कि टेररिज्म नहीं होना चाहिए। सजा फांसी दी उस हालत में, सजा फांसी दी उस हालत च मिलती है जदों तुसी इनह्यूमन तो इनह्यूमन, हीनियस तो हीनियस क्राइम कर रहे हो। अगर तुसी तुहाडी सिंपथी
ਉਹਨਾਂ ਲੋਕਾਂ ਨਾਲ ਨਹੀਂ ਹੈ ਜਿਹੜੇ ਲੋਕ ਮੁੰਬਈ ਦੇ ਬਲਾਸਟ ਮਾਰੇ ਗਏ, ਬਲਕਿ ਉਸ ਬੰਦੇ ਨਾਲ ਹੈ ਜਿਹਨੇ 200 ਲੋਕਾਂ ਦਾ ਕਤਲ ਕੀਤਾ। ਪ੍ਰੋਬਲਮ ਨਹੀਂ ਹੈ, ਤੁਹਾਡੀ ਸਿੰਪਥੀ ਉਸ ਕਿਸਾਨ ਨਾਲ ਹੈ, ਇਸ਼ੂ ਨਹੀਂ ਹੈ, ਕਨਵਿਕਸ਼ਨ ਦਾ ਇਸ਼ੂ ਨਹੀਂ ਹੈ। ਸਜ਼ਾ ਦਿੱਤੀ, ਸਵਾਲ ਇਹ ਹੈ ਕਿ ਫਾਂਸੀ ਉਸ ਨੂੰ ਮਿਲਦੀ ਹੈ ਜੋ ਉਹਨੇ ਸਜ਼ਾ ਕੀਤੀ ਹੈ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨ੍ਹਾਂ ਨੇ ਕਤਲ ਕੀਤੇ ਇਨੋਸੈਂਟ ਲੋਕਾਂ ਨੂੰ, ਉਹਨਾਂ ਨੂੰ ਸਿਸਟਮ ਫਾਂਸੀ ਦਿੰਦਾ ਹੈ। ਸਾਡਾ ਮਤ ਹੈ ਕਿ ਫਾਂਸੀ ਦੀ ਸਜ਼ਾ ਰਹਿਣੀ ਚਾਹੀਦੀ। ਮੈਂ ਸਵਾਲ ਦੂਸਰੇ ਤਰੀਕੇ ਪੁੱਛਣਾ, ਰਾਜੀਵ ਲੋਚਨ ਜੀ, ਤੁਸੀਂ ਇਤਿਹਾਸ ਦੇ ਵਿਦਿਆਰਥੀ ਹੋ ਤਾ ਉਮਰ, ਜਿਹੜੇ 40 ਲੋਕ ਉਸ ਦਿਨ ਰਾਤ ਨੂੰ ਅਦਾਲਤਾਂ ਦੇ ਦਰਵਾਜ਼ੇ ਖੜਕਾ ਰਹੇ ਸੀ, ਜੇ ਮਹਾਤਮਾ ਗਾਂਧੀ ਹੁੰਦੇ ਤਾਂ ਕੀ ਉਹ 41वें ਹੁੰਦੇ ਜਾਂ ਉਹਨਾਂ ਦੇ ਨਾਲ ना ਹੁੰਦੇ? He was very clear on it, eye for an eye. जब महात्मा गांधी के पास ही भगत सिंह का केस डिस्कस हुआ तो उन्होंने वाइसरॉय से ये कहा कि देखिए मैं तो ये नहीं करता, पर ये डिसीजन आपने लेना है। आज की तारीख में भी याकूब मेमन के केस में डिसीजन अंत में राष्ट्रपति ने लेना था। आपने कभी ये सोचा कि एक मिनट, आपने कभी ये सोचा कि हमारा जो राष्ट्रपति है विशेष रूप से खूनी किस्म का राष्ट्रपति है, ये जिसके पास जो भी केस जाता है कि जी आप अपना विजडम और अपना डिस्क्रिशन इस्तेमाल करिए, हमारा राष्ट्रपति तुरंत फुरत कह देता है कि जी हाँ इसको भी फांसी लगा दो, हर किसी को फांसी लगा दो। यदि हमारे देश में इतने सालों के बाद एक ऐसा राष्ट्रपति आया है जो कि रह रह के लोगों को फांसी के फंदे की तरफ भेजना चाहता है, तो फिर ये कोर्ट्स का जिम्मेदार बन जाता है कि कोर्ट्स उनको बचाए। जो निठारी केस वाला लड़का था उसको अंत में कोर्ट ने बचाया, राष्ट्रपति ने तो कह दिया था कि इसको भी लटका दो। हमारा राष्ट्रपति अपना विजडम कहीं नहीं इस्तेमाल कर रहा। हमें इस पूरे डिस्कशन में ये ध्यान रखना चाहिए जी, मैं तो डिपेंडेंट क्यों हुआ कि राष्ट्रपति कौन है, कि जे एपीजे अब्दुल कलाम होंगे। देखिए मेरी फाइल नहीं क्लियर होगी। जैन साहब ने कहा प्रतिभा पाटिल होंगे तो फाइल नहीं क्लियर होगी, जब प्रणब मुखर्जी ने तब मैंने फांसी दे फंदे जाना पड़ेगा। जैसा जैन साहब ने कहा ये बहस की फांसी होनी चाहिए या नहीं होनी चाहिए बहुत समय से चली आ रही है। बहुत समय का मतलब है 350 साल से चली आ रही है और इसका अभी तक कोई रेजोल्यूशन हुआ नहीं है। पर इंडिया में कम से कम हमने एक आदमी के ऊपर जिम्मेवारी डाल रखी है। इस व्यक्ति की जिम्मेवारी है कि जी हमने अपने सिस्टम के हिसाब से सारा कुछ कर लिया, अब आप अपना विजडम इस्तेमाल करके आप फाइनल वर्ड हमें बता दो कि क्या करना चाहिए। इक्विवेलेंटली नहीं हो रहा ना, वो विजडम इक्विवेलेंटली नहीं अप्लाई हो रहा। ना इन दी एंड आपके किसी भी समाज में एक वाइज और विजडमफुल आदमी होना बहुत जरूरी होता है, जो कि जो अनसॉल्वेबल प्रॉब्लम्स हैं उनको ठीक से सॉल्व कर सके। और अभी तक जो हमारे राष्ट्रपति रहे हैं उन्होंने इसका रेजोल्यूशन निकाला बाय द सिंपल डिवाइस ऑफ नॉट टेकिंग अ डिसीजन। ये पहला राष्ट्रपति है जो कहता है सबको लटका दो। लोचन साहब कन्विंस मी कि कैपिटल पनिशमेंट शॉर्टकट ते इजी वे आउट नहीं है मुश्किल हालातां तो, कि अफजल गुरु ਨੂੰ ਫਾਂਸੀ ਲਟਕਾ ਦਿਓ। ਇਹਦੇ ਨਾਲ ਜਿਹੜਾ ਰਾਈਟ ਵਿੰਗ ਹੈ ਰੋਲਾ ਪਾਉਂਦਾ ਉਹ ਚੁੱਪ ਹੋ ਜਾਏਗਾ। ਉਹਨਾਂ ਨੇ ਅਫਜ਼ਲ ਗੁਰੂ ਨੂੰ ਲਟਕਾਇਆ ਸੀ, ਯਕੂਬ मेनन ਨੂੰ लटका दिए। समाज की समस्याओं को समाज की समस्याओं को समाज के सिस्टम के साथ जोड़कर हम हर वक्त नहीं देख सकते। कभी कभी क्या होता है कि इस तरह के छोटे छोटे डिसीजन से समाज की ना समस्याएं सुलझती हैं ना ही समाज ज्यादा उलझता है। और इसीलिए हम कहते हैं कि सिस्टम्स आर पार्ट, एक इंडिविजुअल के विजडम को भी हमें थोड़ा सा देखना पड़ता है। एंड देयरफॉर वी नीड टू हैव, क्योंकि देखिए ये पहली बार नहीं कि हमारा राष्ट्रपति ऐसा बिहेव कर रहा। इसके बहुत पहले कई साल पहले एक और राष्ट्रपति था जिसके पास ये ऑर्डर आया, प्राइम मिनिस्टर की तरफ से रिक्वेस्ट आई थी, ऑर्डर भी नहीं आया था कि जी इमरजेंसी देश पे लागू कर देते हैं, और राष्ट्रपति ने बगैर किसी प्रोसीजर को फॉलो किए हुए साइन कर दिया कि जी इमरजेंसी डिक्लेयर हो गई। हमें क्या चाहिए, राष्ट्रपति हम ध्यान से चुने। अर्जुन राष्ट्रपति सरकारें भी हैं और सरकारें भी सो ध्यान ਨਾਲ ਨਹੀਂ ਚੁਣੀ ਹੋਈ, ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਹੈ, ਮੈਜੋਰਿਟੀ ਗਵਰਨਮੈਂਟ ਹੈ ਦੇਸ਼ ਦੇ ਵਿੱਚ। ਜਿਹੜਾ ਸੰਵਿਧਾਨ ਆ ਉਹਦੇ ਵਿੱਚ ਇਹ ਸਰਕਾਰ ਹੈ ਤੇ ਨਰਿੰਦਰ ਮੋਦੀ ਮੇਰੇ ਉਨੇ ਹੀ ਪ੍ਰਧਾਨ ਮੰਤਰੀ ਨੇ ਜਿੰਨੇ ਤੁਹਾਡੇ ਨੇ, ਤੇ ਇਹਦੇ ਤੋਂ ਕੋਈ ਇਨਕਾਰ ਨਹੀਂ ਹੈਗਾ। ਠੀਕ ਹੈ, ਇਹ ਸਾਡੀ ਹੀ ਕੈਬਨਿਟ ਹੈ। ਸਾਲ 3 ਮਹੀਨੇ ਹੋ ਗਏ ਨੇ ਤੇ ਅੱਜ ਦੇ ਪ੍ਰੋਬੇਬਿਲਿਟੀਜ਼ ਦੇਖੋ। ਕੁਐਸਚਨ ਇਜ਼ ਅਰਜੁਨ ਟੇਕ ਦਿਸ ਕੁਐਸਚਨ। ਤੁਸੀਂ ਰਾਈਟ ਟੂ ਲਾਈਫ ਜਦੋਂ ਕਾਨੂੰਨ ਦੀ ਪ੍ਰਕਿਰਿਆ ਦੁਆਰਾ ਰਹਿੰਦੇ ਹੋ, ਸਟੇਟ ਨੇ ਹਮੇਸ਼ਾ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ। ਮੈਂ ਇਹ ਚਾਹਾਂਗਾ ਕਿ ਸਟੇਟ ਹਮੇਸ਼ਾ ਆਪਣੇ ਆਪ ਨੂੰ ਪ੍ਰੋਟੈਕਟ ਕਰੇ। ਹਾਊ ਐਲਸ ਵਿਲ ਇਟ ਪ੍ਰੋਟੈਕਟ ਮੀ ਜੇ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰ ਰਹੀ। ਇਨ ਦਿਸ ਕੇਸ ਜਿਸ ਵੇਲੇ ਮੁੰਬਈ ਦੇ ਬੰਬ ਧਮਾਕੇ ਹੁੰਦੇ ਨੇ ਤਾਂ ਇੱਕ ਸਵਾਲ ਵਿਕਟਮਸ ਦੀ ਰਿਪਰੈਜ਼ੈਂਟੇਸ਼ਨ ਦਾ ਵੀ ਹੈ, ਤੇ ਵਿਕਟਮਸ ਨੂੰ ਰਿਪਰੈਜ਼ੈਂਟ ਸਟੇਟ ਕਰ ਰਹੀ ਹੈ, ਉਹਨਾਂ ਦੇ ਹੱਕਾਂ ਦਾ ਵੀ ਹੈ, ਤੇ ਉਹਨਾਂ ਦੇ ਹੱਕ ਲਈ ਸਟੇਟ ਖੜੀ ਹੋ ਰਹੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇਕੁਇਵਲੈਂਟਲੀ ਅਪਲਾਈ ਨਹੀਂ ਹੋ ਰਿਹਾ ਤਾਂ ਰਾਈਟ ਟੂ ਲਾਈਫ ਲੈਣ ਦੀ ਪ੍ਰਕਿਰਿਆ ਵਿੱਚੋਂ ਤੁਸੀਂ ਇਹ ਡਿਮਾਂਡ ਕਿਉਂ ਨਹੀਂ ਕਰਦੇ ਕਿ ਸਬਜੈਕਟਿਵ ਪਾਰਟ ਹਟਾ ਦਿੱਤਾ ਜਾਵੇ? ਆਫਟਰ ਆਲ ਜਿਹੜਾ ਜੈਨ ਸਾਹਿਬ ਮੁੱਦਾ ਉਠਾ ਰਹੇ ਸਨ ਕਿ ਟੈਰਰਿਸਟ ਦਾ, ਕਿਸੇ ਸੀਰੀਅਲ ਮਰਡਰਰ ਦਾ, ਕਿਸੇ ਰੇਪਿਸਟ ਦਾ ਜਿਹੜਾ ਰਾਈਟ ਟੂ ਲਾਈਫ ਹੈ ਉਹ ਸੈਕਰੋਸੈਂਕਟ ਕਿਵੇਂ ਹੋ ਸਕਦਾ?
नहीं एब्सोल्युटली ओदा राइट भी सैक्रोसेंट नहीं जिन्हें एक सिंगल रेप सिंगल मर्डर किया है ओदा राइट भी सैक्रोसेंट नहीं हर केस ते तुसी नु अरेस्ट ऑफ रेप कर चुके हो सुप्रीम कोर्ट ने अपनी जजमेंट ते रवजी जजमेंट आई सीगी उस जजमेंट नु पर इंक्यूरियम करके नहीं मैं एक मिनट पर ਤੁਹਾਡੀ ਡਿਮਾਂਡ ਇਹ ਤਾਂ ਨਹੀਂ ਹੈ ਨਾ ਕਿ ਰੇਅਰੈਸਟ ਆਫ ਰੇਅਰ ਨੂੰ ਬਿਹਤਰ ਤਰੀਕੇ ਨਾਲ ਡਿਫਾਈਨ ਕਰ ਦਿੱਤਾ ਜਾਵੇ ਤੁਹਾਡੀ ਡਿਮਾਂਡ ਹੈ ਫਾਂਸੀ ਦਾ ਰਸਤਾ ਹੀ ਉੱਥੋਂ ਗਾਇਬ ਕਰ ਦਿੱਤਾ ਜਾਵੇ ਆਈਡੀਅਲੀ ਉਹ ਹੋਣਾ ਚਾਹੀਦਾ ਕਰੰਟਲੀ ਅੱਜ ਦੇ ਦਿਨ ਲਾਅ ਕਮਿਸ਼ਨ ਇਸ 'ਚ ਹੀ ਗੱਲ ਕਰ ਰਹੀ ਸੁਪਰੀਮ ਕੋਰਟ ਖੁਦ ਇਸ 'ਚ ਗੱਲ ਕਰ ਰਹੀ ਹੈ ਕਿ ਰੇਅਰੈਸਟ ਨੂੰ ਰੇਅਰ ਜੋ ਸੁਪਰੀਮ ਕੋਰਟ ਨੇ ਕਿਹਾ ਹੈ ਉਹਨੂੰ ਅਪਲਾਈ ਮੈਨੂੰ ਗੱਲ ਖਤਮ ਕਰਨ ਦਿਓ ਰਵਜੀ ਕੇਸ 'ਚ ਸਾਨੂੰ ਪਤਾ 6 ਡਿਸੀਜਨਸ 'ਚ ਉਹਨਾਂ ਨੇ ਗਲਤ ਡਿਸੀਜਨ ਫੋਲੋ ਕੀਤੇ ਉਹਦੇ ਕਾਰਨ ਕਰੀਬਨ 13 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਦੋ ਨੂੰ ਆਲਰੇਡੀ 2009 ਦਾ ਡਿਸੀਜਨ ਹੈ ਉਹਦੇ ਬਾਅਦ ਬਰੀਅਰ ਕੇਸ 'ਚ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਦੋ ਲੋਕਾਂ ਨੂੰ ਆਲਰੇਡੀ ਹੈਂਗ ਕਰ ਦਿੱਤਾ ਗਿਆ ਤੇ 14 ਜੱਜਸ ਨੇ ਉਹਦੇ ਬਾਰੇ ਲੈਟਰ ਲਿਖੀ ਅੱਜ ਵੀ ਉਹ ਲੋਕੀ ਡੈਥ ਸੈਂਟੈਂਸ ਤੇ ਹੈਗੀ ਕਿਆ ਇਹ ਸਾਡੇ ਕੋਰਟ ਸਿਸਟਮ ਤੇ ਸਵਾਲ ਨਹੀਂ ਰਾਜਵਿੰਦਰ ਜੀ ਹੇਅਰ ਇਜ਼ ਦਾ ਡਾਇਲੇਮਾ ਜਿਹੜੇ ਕੇਸ ਦੀ ਗੱਲ ਕਰ ਰਹੇ ਨੇ ਸੰਤੋਸ਼ ਕੁਮਾਰ ਬਰਿਆਰ ਵਰਸਸ ਸਟੇਟ ਆਫ ਮਹਾਰਾਸ਼ਟਰ ਵਾਲਾ ਜਿਹੜਾ ਕੇਸ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਬਚਨ ਸਿੰਘ ਜਜਮੈਂਟ ਦਾ ਧਿਆਨ ਨਹੀਂ ਰੱਖਿਆ ਗਿਆ ਜਿਹਦੇ ਵਿੱਚ ਅਸੀਂ ਇਹ ਡਾਕਟਰਾਈਨ ਰੇਅਰੈਸਟ ਆਫ ਦਾ ਰੇਅਰ ਵਾਲੀ ਲਈ ਸੀ 1982 ਤੋਂ ਲੈ ਕੇ ਤੇ 13 ਲੋਕਾਂ ਨੂੰ ਗਲਤ ਸਜ਼ਾ ਦਿੱਤੀ ਗਈ ਹੈ ਕੈਪੀਟਲ ਪਨਿਸ਼ਮੈਂਟ ਦੀ ਜਿਹਦੇ ਵਿੱਚੋਂ 2 ਨੂੰ ਹੈਂਗ ਕਰ ਦਿੱਤਾ ਗਿਆ ਹੇਅਰ ਇਜ਼ ਦਾ ਅਦਰ ਆਰਗੂਮੈਂਟ ਕਿ ਜੇ ਤੁਸੀਂ ਫਟਾਫਟ ਹੈਂਗ ਕਰ ਦਿੰਦੇ ਤਾਂ ਇਹ ਲੋਕ ਜੇਲ੍ਹ ਵਿੱਚ ਬੈਠੇ ਬੈਠੇ ਆਪਣੇ ਸੈੱਲ ਵਿੱਚ ਬੈਠੇ ਬੈਠੇ ਟਿਕਿੰਗ ਬੰਬ ਨਹੀਂ ਬਣ ਜਾਂਦੇ ਕੋਈ ਕਿਸੇ ਮਕਬੂਲ ਬੱਟ ਨੂੰ ਛੁਡਾਉਣ ਲਈ ਕਿਸੇ ਨੂੰ ਕੱਲ ਨੂੰ ਹਾਈਜੈਕ ਕਰ ਲੇਗਾ ਕੋਈ ਕਿਸੇ ਯਕੂਬ ਮੈਨਨ ਨੂੰ ਛੁਡਾਉਣ ਲਈ ਹਾਈਜੈਕ ਕਰ ਲੇਗਾ ਅਸੀਂ ਦੇਖਿਆ ਕਿ ਕੰਧਾਰ ਦਾ ਇਹ ਸਾਰਾ ਇਨਸੀਡੈਂਟ ਕਿਉਂ ਹੋਇਆ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਉਸ ਵੇਲੇ ਫਾਂਸੀ ਲਗਾ ਦਿੱਤੀ ਜਾਣੀ ਚਾਹੀਦੀ ਸੀ ਉਹਨਾਂ ਨੂੰ ਨਹੀਂ ਲਗਾ ਦਿੱਤੀ ਗਈ ਅਰਜੁਨ ਸ਼ੇਰਾਂ ਜੀ ਕਹਿਣਗੇ ਨਹੀਂ ਜੀ 10 ਵਾਰੀ ਸੋਚੋ ਇੰਨੀ ਦੇਰ ਸੋਚਦੇ ਰਹੋ ਜਦੋਂ ਤੱਕ ਕੋਈ ਨਾ ਕੋਈ ਕਿਸੇ ਨੂੰ ਹਾਈਜੈਕ ਨਾ ਕਰ ਲਵੇ ਤੇ ਇਹ ਨਾ ਕਵੇ ਕਿ ਇਸ ਨੂੰ ਛੱਡ ਦਿਓ ਇਹ ਸਾਰੀ ਡਿਬੇਟ ਦਾ ਫਿਊਲ ਕਿੱਥੋਂ ਆ ਰਿਹਾ ਹੈ ਦੇਖੋ ਦਸੰਬਰ 1992 ਵਿੱਚ ਬਾਬਰੀ ਮਸਜਿਦ ਢਾਈ ਨਾਲ ਫਿਰ ਬੰਬੇ ਰਾਇਟਸ ਹੋਏ 900 ਬੰਦੇ ਮਰ ਗਏ I gave the example of Makbul But within 2 months ਬਾਬਰੀ ਮਸਜਿਦ blast far later within 2 months blast ਹੋਇਆ ਤੁਸੀਂ ਬੰਦੇ if you want your citizen if you want a peaceful society ਤੁਸੀਂ ਕਿੰਨੀ how far back ਤੁਸੀਂ original sin ਤੱਕ ਕਦੋਂ ਤੱਕ ਜਾਂਦੇ हो this doesn't work out बाबरी मस्जिद kind of argument doesn't work out at all हमें कहीं समाज को कहना पड़ेगा कि अब कंपैशन देखो कंपैशन ਜਿਹੜੀ ਤੁਹਾਡੀ कंपैशन यूनिवर्सल है गुजरात में कहते थे कि गोधरा कांड के बाद राइट्स हुए हैं तो यही लॉबी उसके खिलाफ बोलती थी बिल्कुल ठीक आप मर्डर को जस्टिफाई मत करिए कोई जस्टिफाई नहीं कर रहा मास मर्डर को जस्टिफाई जस्टिफिकेशन दे रहे हैं कि बॉम्बे के राइट इसलिए हुए क्योंकि डिमोलिशन हुआ था 96 में जब टेररिस्ट अटैक हुआ बम्बई में कसाब आया तब कौन सा इंसिडेंट हुआ था जो ये बॉर्डर पे 10 साल काट के लेके तब कौन सा इंसिडेंट हुआ था चार राजेंद्र जी दिस इज अ फेयर क्वेश्चन कोई साथ नहीं दे रहा है सिस्टम शुड वर्क impartially if the system doesn't work impartially उसे क्वेश्चन के लोग करेंगे ਤੁਹਾਡੀ ਜਿਹੜੀ ਕੰਪੈਸ਼ਨ ਹੈ ਇਹ यूनिवर्सल है ना नो बिल्कुल ਤੁਹਾਡੀ ਕੰਪੈਸ਼ਨ ਤਾਂ यूनिवर्सल है और बोको हराम तक जाएगी अल कायदा तक जाएगी इंडियन मुजाहिदीन तक जाएगी अल शबाब तक जाएगी कित्थों तक जाएगी ये इट्स नॉट इट्स अ फेयर क्वेश्चन देखो एक ਤੁਸੀਂ ਹਮੇਸ਼ਾ ਸੋਚਦੇ ਹੋ ਕਿ ਸਾਡੀ ਕੰਪੈਸ਼ਨ ਹੈ ਐਜ਼ ਇਫ ਉਹ ਇਨਕਰੇਜ ਹੁੰਦੇ ਆ ਟੈਰਰਿਜ਼ਮ ਘਟਦਾ ਹੈ ਜਦੋਂ ਤੁਸੀਂ ਕੰਪੈਸ਼ਨ ਸ਼ੋ ਕਰਦੇ ਹੋ ਤੁਸੀਂ ਸਾਰਾ ਹਿਸਟੋਰਿਕ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਇੱਕ ਹੈਂਗ ਨਹੀਂ ਹੋਈ ਅਸ਼ੋਕਾ ਦੇ ਚ ਹੈਂਗ ਨਹੀਂ ਹੋਈ ਅਕਬਰ ਨੇ ਨਹੀਂ ਕਰਾਈਆਂ ਤੁਸੀਂ ਸਾਰਾ ਐਗਜ਼ਾਮਪਲ ਦੇਖ ਲਓ ਮੈਨੂੰ ਬ੍ਰੇਕਲੀ ਰੁਕਣਾ ਪੈ ਰਿਹਾ ਪਰ ਕੇਵਲ ਇੰਨੀ ਗੱਲ ਕਹਿ ਕੇ ਕਿਉਂਕਿ ਮੈਂ ਦੁਬਾਰਾ ਆਵਾਂਗਾ ਕਿ ਜੇ ਖਤਮ ਕੀਤੀ ਹੈ ਉੱਥੇ ਵੀ ਟੈਰਰਿਸਟ ਅਟੈਕ ਹੋ ਰਹੇ ਨੇ ਫਰਾਂਸ ਵਿੱਚ ਹੀ ਹੋ ਰਹੇ ਨੇ ਟੈਰਰਿਜ਼ਮ ਸਾਡੇ ਸਮਿਆਂ ਦੀ ਨਵੀਂ ਰਿਐਲਿਟੀ ਹੈ 1 ਦੂਸਰਾ ਰੇਪਿਸਟ ਦੇ ਖਿਲਾਫ ਮਕਾਲੇ ਤੋਂ ਲੈ ਕੇ ਲਗਾਤਾਰ ਇਹ ਪਬਲਿਕ ਡਾਕਟਰਾਈਨ ਬਣਦੀ ਆ ਰਹੀ ਹੈ ਹਿਊਮਨ ਰਾਈਟਸ ਐਕਟਿਵਿਸਟ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਜਿਨ੍ਹਾਂ ਦੀ ਬਕਾਇਦਾ ਸਿੰਪਥੀ ਵਿਕਟਮਸ ਦੇ ਨਾਲ ਹੈ ਮੈਂ ਇਹ ਗੱਲ ਮੰਨਦਾ ਪਰ ਇਹ ਜਿਹੜੀ ਸਿੰਪਥੀ ਜਿਹੜੀ ਕੰਪੈਸ਼ਨ ਰੇਪਿਸਟ ਨੂੰ ਸ਼ੋ ਹੁੰਦੀ ਹੈ ਸਾਰੀ ਗੱਲਬਾਤ ਤੋਂ ਬਾਅਦ ਉਹਦੇ ਨਾਲ ਜਿਹੜੀ ਅੱਜ ਦੀ ਪਬਲਿਕ ਧਾਰਾ ਹੈ ਅਸੀਂ ਵਿਕਟਮ ਨਾਲ ਖੜੇ ਹੁੰਨੇ ਆ ਇਹਦੀ ਜਿਹੜੀ ਇੰਗੇਜਮੈਂਟ ਹੈ 99% ਕਨਵਿਕਸ਼ਨ ਹਿਊਮਨ ਰਾਈਟਸ ਐਕਟਿਵਿਸਟ ਆਪ ਕਰਵਾਉਂਦੇ ਆ ਸਾਰੇ ਕੇਸ ਅਸੀਂ ਪੁੱਛ ਕਰਦੇ ਆ ਸਟੇਟ ਨਹੀਂ ਕਰਦੀ ਸਟੇਟ ਤਾਂ ਹਮੇਸ਼ਾ ਰੇਪਿਸਟ ਦਾ ਵਿਕਟਮ ਨੂੰ ਸਾਡੀ ਇਨਵੈਸਟੀਗੇਸ਼ਨ ਏਜੰਸੀ ਨਹੀਂ ਕਰਦੀ ਆਫਟਰ ਦਿਸ ਰਾਜਵਿੰਦਰ ਬੈਂਸ ਜੀ ਇੱਕ ਤਾਂ ਥ੍ਰੈਟ ਆਫ ਟੈਰਰਿਜ਼ਮ ਹੈ ਅਸੀਂ ਪਾਕਿਸਤਾਨ ਦੇ ਗੁਆਂਢ ਵਿੱਚ ਆ ਤੇ ਤੁਹਾਨੂੰ ਪਤਾ ਜਿਸ ਕਿਸਮ ਦੀ ਵਾਰ ਔਨ ਟੈਰਰਿਜ਼ਮ ਦਾ ਸਾਡਾ ਦੇਸ਼ ਹਿੱਸਾ ਰਿਹਾ ਉਹਦੇ ਵਿੱਚ ਕੀ ਅਸੀਂ ਝੱਲਿਆ ਵੀ ਹੈ ਅਜਮਲ ਕਸਾਬ ਉਹਦਾ ਇੱਕ ਉਸ ਸਾਰੀ ਵਾਰ ਦਾ ਇੱਕ ਰਿਪਰੈਜ਼ੈਂਟੇਟਿਵ ਹੈ ਕਿ ਸਾਡੇ ਤੇ ਜੋ ਹੋ ਰਿਹਾ ਇੱਕ ਰੇਪ ਕੇਸਿਸ ਦੇ ਖਿਲਾਫ ਨਿਰਭੈ ਵਾਲੇ ਕਾਂਡ ਤੋਂ ਬਾਅਦ ਜਿਸ ਕਿਸਮ ਦੀ ਪਬਲਿਕ ਓਪੀਨੀਅਨ ਬਣਿਆ ਤੇ ਕਾਨੂੰਨ ਜੇ ਪਬਲਿਕ ਓਪੀਨੀਅਨ ਦੀ ਸੈਂਕਸ਼ਨ ਤੋਂ ਬਿਨਾਂ ਹੈ ਤਾਂ ਉਸ ਕਾਨੂੰਨ ਦੇ ਵਿੱਚ ਤਾਂ ਹਿਊਮਨ ਰਾਈਟਸ ਦਾ ਵੈਸੇ ਵੀ ਵਿਸ਼ਵਾਸ ਨਹੀਂ ਹੋਵੇਗਾ ਤੇ ਜੇ ਪਬਲਿਕ ਸੈਂਕਸ਼ਨ ਉਹਨੂੰ ਓਪਨ ਹੈ ਯੂਨੀਵਰਸਲ ਹੈ ਤੇ ਮੈਂ ਮੌਬ ਮੈਂਟੈਲਿਟੀ ਦੀ ਗੱਲ ਨਹੀਂ ਕਰ ਰਿਹਾ ਮੈਂ ਲਾਰਜਰ ਵਾਈਡਰ ਪਬਲਿਕ ਸੈਂਕਸ਼ਨ
ਆਫਟਰ ਹਿਊਜ ਬ੍ਰੌਡ ਸਪੈਕਟਰਮ ਪਬਲਿਕ ਡਿਸਕੋਰਸ ਉਸ ਦੀ ਗੱਲ ਕਰ ਰਹੇ ਹਾਂ ਕਿ ਅਜੇ ਵਿੱਚ ਇਹ ਸੋਚਿਆ ਜਾ ਸਕਦਾ ਹੈ ਐਜ਼ ਅ ਮਿਡਲ ਗਰਾਊਂਡ ਕਿ ਅਸੀਂ ਰੇਪ ਕੇਸਿਸ ਨੂੰ ਤੇ ਟੈਰਰਿਜ਼ਮ ਕੇਸਿਸ ਦੇ ਵਿੱਚ ਤਾਂ ਕੈਪੀਟਲ ਪਨਿਸ਼ਮੈਂਟ ਨੂੰ ਸਾਨੂੰ ਰੱਖਣਾ ਪਵੇਗਾ, ਇਸ ਸਮੇਂ ਦੀ ਡਿਮਾਂਡ ਹੈ। ਇਜ਼ ਦੈਟ ਅ ਪੋਸੀਬਲ ਮਿਡਲ ਗਰਾਊਂਡ? ਅਰਜੁਨ ਸ਼ਰਾਨ ਜੀ, ਮੈਂ ਤੁਹਾਡਾ ਨਾਮ ਵਿੱਚ ਦੱਸਿਆ ਦੇਖ ਰਿਹਾ, ਪਰ ਮੈਂ ਆਵਾਂਗਾ ਤੁਹਾਡੇ ਕੋਲ। ਯੈਸ ਪੈਨ ਸਾਹਿਬ। नहीं, सवाल मिडिल ग्राउंड का नहीं है, सवाल तो है कि हाउ डू यू इंप्रूव योर सिस्टम्स ऑफ फाइटिंग टेररिज्म, हाउ डू यू इंप्रूव ਤੁਸੀਂ ਆਪਣਾ ਕ੍ਰਿਮੀਨਲ ਜਸਟਿਸ ਸਿਸਟਮ ਕਿੰਨਾ ਸਾਫ਼ ਸੁਥਰਾ ਕਰ ਸਕਦੇ ਹੋ, ਕਿੰਨਾ ਇਮਾਨਦਾਰ ਕਰ ਸਕਦੇ ਹੋ ਕਿ ਕਿਸ ਤਾਂ ਕਿ ਆਪਰੇਟ ਕਰੇ। ਰੇਪ ਬੰਦ ਹੋਏਗਾ ਜੇ ਹਰ ਰੇਪਿਸਟ ਪਕੜਿਆ ਜਾਏ, ਨੋਟ ਕਿ ਹਰ ਰੇਪ ਜਿਹੜਾ ਪਕੜਿਆ ਗਿਆ ਉਹਨੂੰ ਫਾਂਸੀ ਦੇ ਦਿਓ। ਜਿੰਨਾ ਡਿਬੇਟ ਚੱਲ ਰਿਹਾ ਹੈ ਨਾ, ਇੰਨੀਆਂ ਇਨੋਸੈਂਟ ਟਰਮਸ ਦੇ ਵਿੱਚ ਨਹੀਂ ਚਲਾਇਆ ਗਿਆ। ਤੁਹਾਨੂੰ ਪਤਾ ਹੈ ਕਿ ਇਹ ਸਾਰਾ ਡਿਬੇਟ ਹਿੰਦੂ ਤੇ ਮੁਸਲਿਮ ਦੀਆਂ ਟਰਮਸ ਦੇ ਵਿੱਚ ਬੜਾ ਲੰਬੇ ਸਮੇਂ ਤੋਂ ਚਲਾਇਆ ਗਿਆ। ਮਾਈਨੋਰਿਟੀਜ਼ ਦੀ ਗਿਣਤੀ ਹੋ ਰਹੀ ਸੀ ਕਿ ਜਿਹੜੇ ਲੋਕ ਫਾਂਸੀਆਂ ਤੇ ਲਟਕੇ ਉਹਨਾਂ ਵਿੱਚ ਕਿੰਨੇ ਮਾਈਨੋਰਿਟੀਜ਼ ਨੇ। ਰੇਪ ਕੇਸਾਂ ਵਿੱਚ ਬੜੀ ਵਾਰੀ ਅਮੀਰ ਬੰਦਾ ਰੇਪ ਕਰਦਾ ਹੈ, ਗਰੀਬ ਬੰਦੇ ਕਿਸੇ ਚੌਂਕੇ ਨੂੰ ਫੜ ਕੇ ਉੱਥੇ ਫਿੱਟ ਕਰ ਦਿੰਦੇ ਨੇ, ਸਾਰੇ ਝੂਠੇ ਸਬੂਤ ਕਰਕੇ ਉਹਨੂੰ ਹੈਂਗ ਕਰ ਦਿੰਦੇ ਨੇ ਕਿ ਸਮਾਜ ਖੁਸ਼ ਰਹਿ ਕੇ ਅਸੀਂ ਫਾਂਸੀ ਦਿੱਤੀ। ਸਤਪਾਲ ਜੀ, ਤੁਹਾਨੂੰ ਲੱਗਦਾ ਹੈ ਰਿਲੀਜੀਅਨ ਅਲੋਂਗ ਦਾ ਰਿਲੀਜੀਅਸ ਲਾਈਨਸ ਵੀ ਇਹ ਡਿਬੇਟ ਪੋਲਰਾਈਜ਼ ਹੋਇਆ? ਕੁਝ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਇਸ ਨੂੰ ਧਰਮ ਦਾ ਰੰਗ ਦੇਣ ਦੀ। ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ। ਜਿਹੜੇ ਯਕੂਬ ਦੀ ਫਾਂਸੀ ਤੇ ਖੁਸ਼ੀਆਂ ਮਨਾ ਰਹੇ ਸੀ ਉਹਨਾਂ ਦਾ ਵੀ ਉਹਨਾਂ ਸ਼ੁਮਾਰ ਹੈ। ਜੋ ਦੋਸ਼ੀ ਹੈ, ਜੋ ਕਾਤਲ ਹੈ, ਉਸ ਦਾ ਕੋਈ ਧਰਮ ਹੋਵੇ, ਕੋਈ ਮਜ਼ਹਬ ਹੋਵੇ, ਕੋਈ ਸੂਬਾ ਹੋਵੇ, ਉਸ ਦਾ ਕੋਈ ਮਤਲਬ ਨਹੀਂ। ਜਿਹੜੇ ਰੈਟਰੀਬਿਊਸ਼ਨ ਲੱਭ ਰਹੇ ਸੀ, ਜਿਹੜੇ ਵੈਂਜੀਅੰਸ ਲੱਭ ਰਹੇ ਸੀ ਯਕੂਬ ਦੀ ਫਾਂਸੀ ਵਿੱਚੋਂ, ਕਸਾਬ ਦੀ ਫਾਂਸੀ ਵਿੱਚੋਂ, ਕੀ ਉਹਨਾਂ ਦਾ ਵੀ ਸ਼ੁਮਾਰ ਉਹਨਾਂ ਵਿੱਚ ਹੈ ਜਿਹੜੇ ਰਿਲੀਜੀਅਸ ਲਾਈਨਸ ਤੇ ਡਿਬੇਟ ਪੋਲਰਾਈਜ਼ ਕਰਦੇ ਨੇ? ਕੋਈ ਵੀ ਵਿਅਕਤੀ ਚਾਹੇ ਇਸ ਪਾਸੇ ਹੈ ਚਾਹੇ ਇਸ ਪਾਸੇ ਹੈ, ਅਗਰ ਉਹ ਕਾਤਲ ਨੂੰ ਕਿਸੇ ਧਰਮ ਨਾਲ, ਭਾਸ਼ਾ ਨਾਲ, ਸੂਬੇ ਨਾਲ, ਕਿਸੇ ਕੌਮ ਨਾਲ ਜੋੜਦਾ ਤਾਂ ਅਸੀਂ ਉਸ ਦੀ ਬਿਲਕੁਲ ਮਜ਼ਮਤ ਕਰਦੇ ਹਾਂ, ਉਹਦੇ ਨਾਲ ਸਹਿਮਤ ਨਹੀਂ। ਤ੍ਰਿਪੁਰਾ ਦੇ ਗਵਰਨਰ ਸਾਹਿਬ ਦਾ ਨਾਮ ਸ਼ਾਮਿਲ ਹੈ, ਚਾਹੇ ਕਿਸੇ ਦਾ ਕੋਈ ਹੋ ਸਕਦਾ ਹੈ। ਤਥਾਗਤ ਰਾਏ ਆਰਐਸਐਸ ਦੇ ਵਿਅਕਤੀ, ਬੀਜੇਪੀ ਦੇ ਸੀਨੀਅਰ ਨੇਤਾ, ਇਹਨਾਂ ਦਾ ਕਹਿਣਾ ਜਿਹੜੇ ਲੋਕ ਯਕੂਬ ਮੈਨਨ ਦੀ ਫਿਊਨਰਲ ਤੇ ਵੀ ਗਏ ਸਨ ਉਹਨਾਂ ਸਾਰਿਆਂ ਤੇ ਵੀ ਨਜ਼ਰ ਰੱਖੀ ਜਾਵੇ, ਪੋਟੈਂਸ਼ੀਅਲ ਟੈਰਰਿਸਟ ਹੋ ਸਕਦੇ ਨੇ। ਤਥਾਗਤ ਰਾਏ ਨੇ ਕੀ ਕਿਹਾ ਇਸ ਗੱਲ ਦਾ ਜਵਾਬ ਉਹ ਦੇਣਗੇ। ਅਸੀਂ ਮੈਂ ਆਪਣੀ ਗੱਲ ਬਿਲਕੁਲ ਸਾਫ਼ ਕੀਤੀ ਹੈ, ਯੂ ਕੰਡੈਮ ਦਿਸ। ਪਰ ਮੈਨੂੰ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਜਦੋਂ ਬੜੇ ਅੱਛੇ ਜ਼ਿੰਮੇਵਾਰ ਲੋਕ ਕਹਿੰਦੇ ਨੇ ਰਾਸ਼ਟਰਪਤੀ ਵੀ ਗਲਤ, ਸਰਕਾਰ ਵੀ ਗਲਤ, ਹਾਈ ਕੋਰਟ ਦੇ ਜੱਜ ਵੀ ਗਲਤ, ਸੁਪਰੀਮ ਕੋਰਟ ਦੇ ਜੱਜ ਵੀ ਗਲਤ, ਸੈਸ਼ਨ ਜੱਜ ਵੀ ਗਲਤ, ਕੇਵਲ ਮੈਂ ਠੀਕ ਹਾਂ ਕਿਉਂਕਿ ਮੈਂ ਚਾਹੁੰਦਾ ਉਹਨੂੰ ਫਾਂਸੀ ਨਾ ਹੋਵੇ ਤੇ ਉਹਨੂੰ ਫਾਂਸੀ ਨਹੀਂ ਹੋਣੀ ਚਾਹੀਦੀ। ਇਸਲਾਮਿਕ ਟੈਰਰ ਭਾਵੇਂ ਕਹੋ, ਹਿੰਦੂ ਟੈਰਰ ਨਾ ਕਹੋ, ਕੋਈ ਹਿੰਦੂ ਟੈਰਰ ਨਹੀਂ ਹੈ। ਜਿਹੜੇ ਲੋਕ ਹਿੰਦੂ ਟੈਰਰ ਦੀ ਗੱਲ ਕਰ ਰਹੇ ਨੇ, ਵਾਜ ਇਟ ਨਾਟ ਰਾਜਨਾਥ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੋਲਰਾਈਜ਼ ਕੀਤਾ ਡਿਬੇਟ ਨੂੰ? ਨਾ ਤੇ ਇਸਲਾਮਿਕ ਟੈਰਰ, ਨਾ ਹਿੰਦੂ ਟੈਰਰ, ਨਾ ਸਿੱਖ ਟੈਰਰ। ਅਸੀਂ ਤਿੰਨਾਂ ਗੱਲ ਤੇ ਕਹਿ ਰਹੇ ਕਿ ਕੋਈ ਟੈਰਰ ਦਾ ਧਰਮ ਨਹੀਂ ਹੁੰਦਾ, ਕੋਈ ਮਜ਼ਹਬ ਨਹੀਂ ਹੁੰਦਾ। ਕਾਂਗਰਸ ਨੇ ਸਿਰਫ ਹਿੰਦੂ ਟੈਰਰ ਦਾ ਕਰਮ ਇਸ ਕਰਕੇ ਕੱਢਿਆ ਸੀ ਕਿ ਸ਼ਾਇਦ ਇਸ ਬਹਾਨੇ ਕਿਸੇ ਮਾਈਨੋਰਿਟੀ ਕਮਿਊਨਿਟੀ ਦੀ ਵੋਟ ਮਿਲ ਕੇ ਆ ਜਾਏ। ਟੈਰਰ ਦਾ, ਕਾਤਲ ਦਾ ਕੋਈ ਰਿਲੀਜਨ ਨਹੀਂ, ਕੋਈ ਭਾਸ਼ਾ ਨਹੀਂ, ਕੋਈ ਜ਼ਿਆਦਾ ਪੋਲੀਟੀਕਲੀ ਕਰੈਕਟ ਬਹਿਸ ਹੈ। ਤੇ ਅਸਲ ਗੱਲ ਇਹ ਹੈ ਕਿ ਦਰਅਸਲ ਧਰਮ ਤੇ ਟੈਰਰਿज्म ਦਾ ਇਸ देश ਦੇ ਵਿੱਚ ਲਗਾਤਾਰ ਨਾਤਾ ਸਾਹਮਣੇ दिस रहा है ਤੇ बहस तो भजन की कोई जरूरत नहीं। इस देश में हमने धर्म के नाम पे हमने इतनी ज्यादा राजनीति खेली हुई है। हमने इंडिया फर्स्ट का जो प्रिंसिपल है हमने पूरी तरह से उसको अंडरमाइन करके रखा है। पहली बार ऐसा हुआ है कि पिछले एक साल में कुछ लोगों ने खड़ा होकर इंडिया फर्स्ट की बातें करना शुरू कर दी है, तो ये तो हमें वेलकम करना पड़ेगा। कहीं ना कहीं हमें ये कहना पड़ेगा कि द इंटरेस्ट्स ऑफ इंडिया आर फार अबव द इंटरेस्ट्स ऑफ स्पेसिफिक रिलीजियस ग्रुप्स। और जब तक हम ये बात एसर्ट नहीं करेंगे तब तक हमारा देश इस गोल चक्कर में फंसा रहेगा लगातार कि हमें किस व्यक्ति के किस सेंसिटिविटी को कब हमें देखना है। Let me ask you before I come to you Arjun, let me ask a simple political question। ਇਸ ਦੇਸ਼ ਨੇ ਇਸ ਸਰਕਾਰ ਆਉਣ ਤੋਂ ਬਾਅਦ ਇੱਕ ਲੰਬਾ ਵਿਵਾਦ ਦੇਖਿਆ ਸੀ ਘਰ ਵਾਪਸੀ ਦੇ ਮੁੱਦੇ ਨੂੰ ਲੈ ਕੇ, ਇੱਕ ਲੰਬਾ ਵਿਵਾਦ ਦੇਖਿਆ ਲਵ ਜਿਹਾਦ ਨੂੰ ਲੈ ਕੇ। ਉਸ ਕਿਸਮ ਦੇ ਹੌਟ ਹੈਡਸ ਨੂੰ ਮੋਦੀ ਸਾਹਿਬ ਨੇ ਚੁੱਪ ਕਰਾ ਦਿੱਤਾ। ਇਵੈਂਚੁਅਲੀ ਉਹ ਆਵਾਜ਼ਾਂ ਦੁਬਾਰਾ ਨਹੀਂ ਸੁਣਾਈ ਦੇ ਰਹੀਆਂ। ਤੁਹਾਨੂੰ ਨਹੀਂ ਜਾਪਦਾ ਜਿਸ ਵੇਲੇ ਰਾਜਨਾਥ ਸਿੰਘ ਜੀ ਦੁਬਾਰਾ ਇਹ ਗੱਲਾਂ ਸ਼ੁਰੂ ਕਰਦੇ ਨੇ ਕਿ ਹਿੰਦੂ ਟੈਰਰ ਉਹਨਾਂ ਨੇ ਕਹਿ ਦਿੱਤਾ ਸੀ ਜਾਂ ਤਥਾਗਤ ਰਾਏ ਕਰਦੇ ਨੇ, ਅਸੀਂ ਦੁਬਾਰਾ ਡਿਬੇਟ ਜਿਹੜਾ ਉਹਨਾਂ ਸ਼ਕਤੀਆਂ ਦੇ ਹੱਥ ਦੇ ਦਿੰਦੇ ਆ ਜਿਹੜਿਆਂ ਨੂੰ ਡਿਬੇਟ ਨੂੰ ਪੋਲਰਾਈਜ਼ ਕਰਨ ਦੇ ਵਿੱਚ ਫਾਇਦਾ ਹੈ ਤੇ ਕਿਧਰੇ ਨਾ ਕਿਧਰੇ बीजेपी ਨੂੰ ਇਹਦੇ ਵਿੱਚ ਕੋਈ फायदा भी दिखाई देता होगा। ऐसा भी सोचो ना कि ये लोग बीजेपी के कंट्रोल में नहीं है। राजनाथ सिंह नहीं, राजनाथ सिंह की बात छोड़ो, पर वो जो बाकी तथागत राय गवर्नर बन गया साहब, वो कुछ भी बोल सकता है। गवर्नर बन गया तो कुछ भी बोल सकता है, बहुत सोच समझ के बोल सकता है। वो उसकी जो मर्जी है वो बोले। इसमें जो मेन चीज है वो ये कि क्या हमारा बाकी समाज इतना मैच्योर है कि वो कहे कि इंडिया इज फर्स्ट एंड ये इस तरह की जो बहकी बातें करने वाले लोग हैं, चाहे वो लव जिहाद की बातें करते हो, चाहे वो बच्चे पैदा करने की बातें करते हो, ऐसे बहके लोग अहमक हैं और इनकी बातें नहीं सुनी जानी चाहिए। ये मैच्योरिटी तो अल्लाह से ਬਹੁਤ ਹੋ ਸਕਦਾ। ਅਸੀਂ ਉਲਫਾ ਨੂੰ ਕਦੀ ਹਿੰਦੂ ਟੈਰਰਿਜ਼ਮ ਦੇ ਨਾਮ ਨਾਲ ਨਹੀਂ ਜੋੜਿਆ, ਅਸੀਂ ਐਲਟੀਟੀ ਨੂੰ ਕਦੀ ਹਿੰਦੂ ਟੈਰਰਿਜ਼ਮ ਦੇ ਨਾਮ ਨਾਲ ਨਹੀਂ ਜੋੜਿਆ, ਅਸੀਂ ਝਟ ਕੁਝ ਆਰਗੇਨਾਈਜੇਸ਼ਨ ਨੂੰ ਇਸਲਾਮਿਕ ਟੈਰਰਿਜ਼ਮ ਦੇ ਨਾਮ ਨਾਲ ਜੋੜ ਦਿੰਦੇ ਹਾਂ। दिग्विजय सिंह ने ही हिंदू टेररिज्म की चर्चा की, दिग्विजय सिंह ने इस्लामिक टेररिज्म की चर्चा की, दिग्विजय सिंह ने आके ये कहा
कि वो जो पुलिस अफसर मारा गया था महाराष्ट्र में, उसको हो सकता है आरएसएस के लोगों ने मरवाया हो। इस तरह की कॉन्स्पिरेटोरियल बातें ना कि ये हमें याद रखनी चाहिए कि धर्म के नाम पर तोड़ने की चीजें हमारे यहाँ बहुत लोगों ने की हुई हैं। कमरे दे विच ना 800 पाउंड भारा हाथी खड़ा ते तुसी देखण तो क्यों इनकारी हो। अर्जुन, समझौता एक्सप्रेस दे ब्लास्ट, रोहिणी ਜਿਹੜੇ ਉਹਦੇ ਚ ਪ੍ਰੋਸੀਕਿਊਟਰ ਸੀਗੇ, ਉਹਨਾਂ ਦਾ ਬਿਆਨ ਕਿ ਮੈਨੂੰ ਸਲੋ ਹੋਣ ਲਈ ਕਹਿ ਦਿੱਤਾ ਗਿਆ ਕਿ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਪ੍ਰੋਸੀਕਿਊਟ ਨਾ ਕਰੋ। ਮਾਲੇਗਾਂव ਦੇ ਬਲਾਸਟ, ਕਿ ਇਹਨਾਂ ਸਾਰਿਆਂ ਦੇ ਵਿੱਚ ਜੋ ਤਸਵੀਰ ਉੱਭਰ ਕੇ ਆਈ ਹੈ, ਅਸੀਂ ਇਸ ਤੋਂ ਕਿਉਂ ਇਨਕਾਰੀ ਹੋ ਰਹੇ ਹਾਂ ਕਿ ਧਰਮ ਦਾ ਇੱਕ ਵੱਡਾ ਐਂਗਲ ਹੈ ਟੈਰਰਿਜ਼ਮ ਦੇ ਇਸ ਡਿਬੇਟ ਦੇ ਵਿੱਚ ਤੇ ਹਿਊਮਨ ਰਾਈਟਸ ਦੇ ਇਸ ਚਰਚਾ ਦੇ ਵਿੱਚ। ਇਹ ਟੈਰਰਿਜ਼ਮ ਤੇ ਹਿਊਮਨ ਰਾਈਟਸ ਤੋਂ ਵੀ ਉੱਤੇ ਦਾ ਡਿਬੇਟ ਹੈ, ਡੈਥ ਪੈਨਲਟੀ ਦਾ ਡਿਬੇਟ ਹੈ। ਇਹ ਪੋਲੀਟੀਕਲ ਡਿਸੀਜਨ ਹੋ ਜਾਂਦਾ ਹੈ ਕਿ ਮਾਇਆ ਕੋਡਨਾਨੀ ਤੇ ਬਾਬੂ ਬਜਰੰਗੀ ਨੂੰ ਤੁਸੀਂ ਕਿਉਂ ਅਪੀਲ ਨਹੀਂ ਕਰਦੇ ਉਹਨਾਂ ਦੇ ਸੈਂਟੈਂਸ ਕਿ ਉਹਨਾਂ ਨੂੰ ਡੈਥ ਸੈਂਟੈਂਸ ਦਿੱਤਾ ਜਾਵੇ। 97 ਮੁਸਲਮਾਨ ਨਰੋਦਾ ਪਾਚੇ ਮਾਰੇ ਜਾਣ ਤੇ ਅਸੀਂ ਮਾਇਆ ਕੋਦਨਾਨੀ ਲਈ ਸੀਬੀਆਈ ਨੇ ਮੌਤ ਦੀ ਸਜ਼ਾ ਦੀ ਡਿਮਾਂਡ ਨਹੀਂ ਕੀਤੀ। ਸਤਪਾਲ ਜੈਨ ਜੀ, that is one harsh truth, that is one harsh truth। 97 ਮੁਸਲਮਾਨ ਮਾਰੇ ਜਾਣ, ਨਰੋਦਾ ਪਾਚਿਆ ਦਾ ਮਰਡਰ ਹੋਵੇ, ਉਹਨੂੰ ਬਲੈਕ ਸਪੌਟ ਕਵੇ ਜੱਜ ਤੇ ਸੀਬੀਆਈ ਇਹ ਨਾ ਕਵੇ, ਡਿਮਾਂਡ ਵੀ ਨਾ ਕਰੇ ਕਿ ਮੌਤ ਦੀ ਸਜ਼ਾ ਦਿੱਤੀ ਜਾਵੇ। ਦੈਟਸ ਇਜ਼ ਸਮਥਿੰਗ ਅਬਾਊਟ ਬਾਬੂ ਬਜਰੰਗੀ ਐਂਡ ਮਾਇਆ ਕੋਦਨਾਨੀ। ਦਿਸ ਇਜ਼ ਵੇਅਰ ਡਿਬੇਟ ਪੋਲਰਾਈਜ਼ ਹੋਣਾ ਸ਼ੁਰੂ ਹੁੰਦਾ। देखो, मैं ਤੁਹਾਨੂੰ ਪਹਿਲੇ ਵੀ ਗੱਲ ਕਹਿ ਚੁੱਕਾ ਹਾਂ, ਫਿਰ ਦੁਹਰਾਣਾ ਉਹੀ ਗੱਲ ਚਾਹੁੰਦਾ ਹਾਂ। ਜੋ ਵੀ ਪਨਿਸ਼ਮੈਂਟ ਦਾ ਸਿਸਟਮ ਹੈ, ਇੱਕ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੇ, ਹਿੰਦੁਸਤਾਨ ਦੇ ਸੰਵਿਧਾਨ ਨੇ ਕੋ ਸਿਸਟਮ ਲੇ ਡਾਊਨ ਕੀਤਾ। ਤੁਸੀਂ ਭੁੱਲ ਰਹੇ ਹੋ, ਖਾਲੀ ਸੀਬੀਆਈ ਦਾ ਡਿਮਾਂਡ ਸਰ, ਕਈ ਕੇਸਾਂ ਦੇ ਵਿੱਚ ਜਿੱਥੇ ਸੀਬੀਆਈ ਨੇ ਵੀ ਸਜ਼ਾ ਦਿੱਤੀ ਹੈ, ਉਸ ਦੇ ਬਾਵਜੂਦ ਵੀ ਪਬਲਿਕ ਇੰਟਰਸਟ ਦੇ ਵਿੱਚ ਸੋ ਕਾਲਡ ਹਿਊਮਨ ਐਕਟਿਵਿਸਟ ਹਾਈ ਕੋਰਟ ਸੁਪਰੀਮ ਕੋਰਟ ਗਏ ਨੇ। ਅਗਰ ਕਿਸੇ ਨੂੰ ਐਕਟਿਵਿਸਟ ਨੂੰ ਇਹ ਲੱਗਦਾ ਹੈ ਕਿ ਸੀਬੀਆਈ ਦੀ ਡਿਮਾਂਡ ਜਸਟੀਫਾਈਡ ਨਹੀਂ ਹੈ, ਜਿਵੇਂ ਲੋਕ ਇਹਨਾਂ ਨੂੰ ਫਾਂਸੀ ਦੀ ਸਜ਼ਾ ਬਚਾਉਣ ਵਾਸਤੇ ਗਏ ਨੇ, ਹਰ ਆਦਮੀ ਕੋਰਟ ਦੇ ਵਿੱਚ ਜਾ ਸਕਦਾ ਹੈ। ਕੀ ਕੋਈ ਕੋਰਟ 'ਚ ਗਿਆ ਕਿ ਕਿਸੇ ਨੇ ਜਾ ਕੇ ਗੱਲ ਕਹੀ ਕਿ ਸੀਬੀਆਈ ਦਾ ਸਟੈਂਡ ਗਲਤ ਹੈਗਾ? ਮੇਰੀ ਤੁਹਾਨੂੰ ਬੇਨਤੀ ਹੈ, ਮੇਰੀ ਤੁਹਾਨੂੰ ਵੀ ਇੱਕ ਬੇਨਤੀ ਹੈ, ਅਨਫੋਰਚੂਨੇਟਲੀ ਹਿੰਦੁਸਤਾਨ ਦਾ ਮੀਡੀਆ ਵੀ ਜੋ ਇੱਕ ਸੈਂਸੇਸ਼ਨਲਿਜ਼ਮ ਦੇ ਵੀ ਕਈ ਵਾਰ ਜਾ ਕੇ ਇੱਕ ਸਵਾਲ ਕਰਨਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਧਰਮ ਦੇ ਨਾਲ ਜੋੜ ਰਹੇ ਹੋ ਟੈਰਰਿਸਟ ਨੂੰ, ਤੁਸੀਂ ਧਰਮ ਦੇ ਨਾਲ ਜੋੜ ਰਹੇ ਹੋ ਕਾਤਲ ਨੂੰ, ਤੁਸੀਂ ਧਰਮ ਦੇ ਨਾਲ ਜੋੜ ਰਹੇ ਹੋ ਸਾਰੇ ਐਕਸ਼ਨ ਨੂੰ। ਸਾਡਾ ਇਹ ਕਹਿਣਾ ਹੈ ਕਿ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਆਰੀਆ ਸਮਾਜੀ, ਕੋਈ ਵੀ ਬੰਦਾ ਹੈ ਅਗਰ ਉਹ ਟੈਰਰਿਸਟ ਐਕਟੀਵਿਟੀ ਚ ਇਨਵੋਲਵ ਹੁੰਦਾ ਹੈ, ਉਹਦੇ ਖਿਲਾਫ ਸਜ਼ਾ ਹੋਣੀ ਚਾਹੀਦੀ ਹੈ। ਹਿੰਦੂ ਟੈਰਰਿਜ਼ਮ ਦਾ ਸ਼ਬਦ ਅਸੀਂ ਨਹੀਂ ਘੜਿਆ, ਤੁਸੀਂ ਰਾਜਨਾਥ ਸਿੰਘ ਨੂੰ ਪਤਾ ਨਹੀਂ ਕਿਉਂ ਦੋਸ਼ ਦੇ ਰਹੇ ਹੋ। ਸੁਸ਼ੀਲ ਕੁਮਾਰ ਸ਼ਿੰਦੇ ਨੇ ਜੈਪੁਰ 'ਚ ਗੱਲ ਕਹੀ ਕਿ ਹਿੰਦੁਸਤਾਨ ਦੇ ਵਿੱਚ ਹਿੰਦੂ ਟੈਰਰਿਜ਼ਮ ਹੈ। ਰਾਜਨਾਥ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਸੀ ਜਿਨ੍ਹਾਂ ਨੇ ਧਰਮ ਨਾਲ ਟੈਰਰਿਜ਼ਮ ਨੂੰ ਜੋੜਿਆ। ਅਸੀਂ ਜਦੋਂ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਟੈਰਰਿਸਟ ਦੀ ਗੱਲ ਕਹੀ ਗਈ, ਸਾਧਵੀ ਪ੍ਰਗਿਆ ਦੇ ਬਿਆਨ, ਤੁਸੀਂ ਸਾਧੂ ਮਹਾਤਮਾਵਾਂ ਦੇ ਬਿਆਨ ਬੜੀ ਚੰਗੀ ਤਰ੍ਹਾਂ ਪੜ੍ਹੇ ਹੋਏ ਨੇ, ਚਾਹੇ ਸ਼ਾਹੀ ਇਮਾਮ ਹੈ, ਚਾਹੇ ਕੋਈ ਹੋਰ ਹੈ, ਚਾਹੇ ਕਰਨਲ ਰੋਹਿਤ ਨੇ। ਬੇਨਤੀ ਹੈ, ਤੁਸੀਂ ਸਿਰਫ ਉਸ ਗੱਲ ਨੂੰ ਚੱਕਦੇ ਹੋ ਜਿਹੜੀ ਕਿਸੇ ਨਾ ਕਿਸੇ ਦੇ ਵਿੱਚ ਸਮਾਜ ਦੇ ਵਿੱਚ ਨਜਾਇਜ਼ ਮਾਹੌਲ ਪੈਦਾ ਕਰਦੀ ਹੈ। ਹਿੰਦੁਸਤਾਨ ਦੇ 125 ਕਰੋੜ ਚ ਅਗਰ 100 ਕਰੋੜ ਦੀ ਹਿੰਦੂ ਪੋਪੂਲੇਸ਼ਨ ਹੈ, ਉਸ ਦੇ ਚ ਅਗਰ 5 ਬੰਦਿਆਂ ਨੇ ਗਲਤ ਗੱਲ ਕਹੀ ਹੈ, ਤੁਸੀਂ ਇਹਨੂੰ ਹਾਈਲਾਈਟ ਕਰੋਗੇ। ਅਗਰ 100 ਕਰੋੜ ਉਸ ਦੇ ਨਾਲ ਖੜਾ ਹੈ, ਤੁਸੀਂ ਉਹਨੂੰ ਬਿਲਕੁਲ ਹਾਈਲਾਈਟ ਨਹੀਂ ਕਰਨਾ ਚਾਹੁੰਦੇ। ਹਿੰਦੁਸਤਾਨ ਦੇ ਵਿੱਚ ਅਨਫੋਰਚੂਨੇਟਲੀ ਹਿੰਦੁਸਤਾਨ ਦਾ ਮੀਡੀਆ ਇਸ ਪ੍ਰੋਪੇਗੰਡੇ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਤੁਹਾਨੂੰ ਸਿਰਫ ਸਾਧਵੀ ਪ੍ਰਗਿਆ ਨੂੰ ਸੁਣਾਓਗੇ ਜਿਨੇ ਕੋਈ ਐਸੀ ਗੱਲ ਕਹੀ ਹੈ ਜਿਹੜੀ ਨਹੀਂ ਕਹਿਣੀ ਚਾਹੀਦੀ। ਜਿਹੜੇ ਬਾਕੀ ਸਾਧੂ ਸੰਤ ਬੋਲ ਰਹੇ ਨੇ ਤੁਸੀਂ ਕਦੇ ਨਹੀਂ ਦਿਖਾਓਗੇ। ਮੈਂ ਤਾਂ ਕਹਿ ਰਿਹਾ ਮਾਲੇਗਾਂव ਚ ਬਲਾਸਟ ਨਹੀਂ ਕਰਨੇ ਚਾਹੀਦੇ, ਸਮਝੌਤਾ ਐਕਸਪ੍ਰੈਸ 68 ਬੰਦੇ ਨਹੀਂ ਮਾਰਨੇ ਚਾਹੀਦੇ, ਕਿਉਂਕਿ ਉਹ ਇਸਲਾਮਿਕ ਨੇ, ਕਿਉਂਕਿ ਉਹ ਮੁਸਲਮਾਨ ਨੇ। ਤੁਸੀਂ ਹਾਈਲਾਈਟ ਕਰੋਗੇ ਮਾਈਨੋਰਿਟੀ ਨਾਲ ਜਾਤੀ, ਜਿਹੜੇ ਬਾਕੀ ਲੋਕਾਂ ਨੂੰ ਸਜ਼ਾ ਹੋਈ ਹੈ, ਸਭ ਦਾ ਧਰਮ ਲੈ ਕੇ ਆਓ ਨਾ। ਔਰ ਨੰਬਰ 2 ਇਹ ਵੀ ਦੇਖੋ ਕਿ ਟੈਰਰਿਸਟ ਕੌਣ ਮੁਸਲਮਾਨ ਹੈ? ਮੈਨੂੰ ਤਾਂ ਯੂਕੂ ਮੈਨਨ ਚ ਮੁਸਲਮਾਨ ਨਹੀਂ ਦਿਖਾਈ ਦਿੱਤਾ ਸੀ, ਤੁਹਾਨੂੰ ਦਿਖਾਈ ਦਿੱਤਾ। ਮੈਂ ਜਿਹੜੀ ਮੀਡੀਆ ਦੀ ਗੱਲ ਕਰ ਰਿਹਾ, ਤੁਹਾਡੀ ਪਰਸਨਲ ਗੱਲ ਨਹੀਂ ਕਰ ਰਿਹਾ। ਮੇਰੀ ਤੁਹਾਨੂੰ ਬੇਨਤੀ ਹੈ, ਪਲੀਜ਼ ਦੋਸ਼ੀ ਨੂੰ ਦੋਸ਼ੀ ਮੰਨੋ, ਕਾਤਲ ਨੂੰ ਕਾਤਲ ਮੰਨੋ, ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ। ਅਗਰ ਤੁਸੀਂ ਧਰਮ ਨਾਲ ਜੋੜ ਕੇ ਬਹਿਸ ਕਰੋਗੇ, ਇਹਨਾਂ ਇਨੋਸੈਂਟ ਲਾ ਹੈ ਕਿ ਦੋਸ਼ੀ ਨੂੰ ਦੋਸ਼ੀ ਮੰਨੋ, ਕਾਤਲ ਨੂੰ ਕਾਤਲ ਮੰਨੋ, ਤੁਹਾਨੂੰ ਸਾਰੇ ਹਿੰਦੁਸਤਾਨ ਦੀ ਜੁਡੀਸ਼ੀਅਲ ਸਿਸਟਮ ਦੇ ਵਿੱਚ ਨਹੀਂ ਹੈ। ਇਜ਼ ਯੂਰ ਫੈਲੋ, ਤੁਸੀਂ ਇਹ ਕਹਿ ਰਹੇ ਹੋ ਕਿ ਯਾਕੂਬ ਮੈਨ ਆਫ ਲਾਅ ਹੋਈ ਹੈ ਕਿਉਂਕਿ ਉਹ ਮੁਸਲਮਾਨ ਸੀ। ਬਿਲਕੁਲ ਕਹਿਣਾ ਚਾਹ ਰਹੇ ਹੋ, ਮੈਂ ਕਹਿ ਰਿਹਾ ਬਿਲਕੁਲ ਹੋਈ ਹੈ। ਵੈਰੀ ਸ਼ੇਮਫੁਲ ਥਿੰਗ। ਪਿਛਲੇ 15 ਸਾਲਾਂ 'ਚ ਤੁਸੀਂ ਸਾਰਾ ਹਿੰਦੁਸਤਾਨ ਦਾ ਜੁਡੀਸ਼ੀਅਲ 14 ਜੱਜ ਸੁਪਰੀਮ ਕੋਰਟ ਦੇ ਸਨ, 14 ਜੱਜ ਸੁਪਰੀਮ ਕੋਰਟ ਦੇ ਜਿਨ੍ਹਾਂ ਨੇ ਯੂਕੂ ਮੈਨਨ ਦਾ ਕੇਸ ਸਟੱਡੀ ਕੀਤਾ ਹੈ। 14 ਜੱਜ ਸੁਪਰੀਮ ਕੋਰਟ ਦੇ ਅਲੱਗ ਅਲੱਗ। ਤੁਸੀਂ ਕਹਿ ਰਹੇ ਹੋ ਸਾਰੇ ਕੌਮਨਲ ਨੇ, ਹਾਈ ਕੋਰਟ ਦੇ ਜੱਜ ਵੀ ਕੌਮਨਲ ਨੇ, ਸਰਕਾਰ ਵੀ ਕੌਮਨਲ ਹੈ, ਪ੍ਰਣਬ ਮੁਖਰਜੀ ਵੀ ਕੌਮਨਲ ਹੈ, ਸੀਬੀਆਈ ਵੀ ਕੌਮਨਲ ਹੈ। ਤੋਂ ਇਲਾਵਾ ਸਾਰਾ ਹਿੰਦੁਸਤਾਨ ਮੈਨੂੰ ਬ੍ਰੇਕ ਨਹੀਂ ਰੁਕਣਾ ਪੈ ਰਿਹਾ, ਮੈਨੂੰ ਬ੍ਰੇਕ ਨਹੀਂ ਰੁਕਣਾ ਪੈ ਰਿਹਾ। अगर आप ये कह रहे हो कि आपको छोड़ के बाकी सारे कॉमनल हैं, तो मुझे कुछ नहीं कहना। इससे बड़ी शर्मनाक बात नहीं हो सकती। आप ये कहें मेरे को छोड़ के राष्ट्रपति भी, जज भी, हाई कोर्ट भी सारे बेईमान हैं, सारे कॉमनल हैं, सिर्फ मैं ही अर्जुन जी, जैन साहब, give me the anchor's privilege to simply say कि this is how
ਕੋਈ ਵੀ ਡਿਬੇਟ ਝਟ ਹਿੰਦੂ ਮੁਸਲਿਮ ਦਾ ਨਾਮ ਆਉਂਦੇ ਅਸੀਂ ਉਸ ਕਿਸਮ ਦੀ ਡਿਸਪੈਸ਼ਨੇਟ ਡਿਬੇਟ ਤੋਂ ਝਟ ਉਕੜ ਜਾਂਦੇ ਆ, ਜਿਹਦੇ ਗਵਾਹ ਤੁਸੀਂ ਜੈਨ ਸਾਹਿਬ ਤੇ ਅਰਜੁਨ ਜੀ ਤੁਸੀਂ ਦੋਨੋਂ ਹੀ ਸੀ ਕਿ ਕਿਸ ਤਰੀਕੇ ਦੇ ਨਾਲ ਕਾਨੂੰਨ ਤੱਕ ਜਿਹੜੀ ਪਹੁੰਚ ਹੈ ਉਹ ਅਮੀਰ ਦੀ ਤੇ ਸਰਦੇ ਪੁੱਜਦੇ ਦੀ ਕਿਧਰੇ ਜ਼ਿਆਦਾ ਹੈ, ਗਰੀਬ ਦੀ ਤੇ ਮਾਰਜਨਲਾਈਜ਼ ਦੀ ਕਿਧਰੇ ਘੱਟ ਹੈ। ਤੇ ਇਹ ਡਿਬੇਟ ਉਸ ਵੇਲੇ ਗਵਾਚ ਜਾਂਦਾ ਹੈ ਜਿਸ ਵੇਲੇ ਬਹਿਸ ਹਿੰਦੂ ਟੈਰਰਿਜ਼ਮ ਵਰਸਸ ਇਸਲਾਮਿਕ ਟੈਰਰ ਦੇ ਵਿੱਚ ਗਵਾਚ ਜਾਂਦੀ ਹੈ। ਇਸ ਬਹਿਸ ਦਾ ਉਹੀ ਸਿਰਾ ਉਹ ਤੰਦ ਦੁਬਾਰਾ ਫੜਨ ਦੀ ਕੋਸ਼ਿਸ਼ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸਤਪਾਲ ਜੈਨ ਜੀ, ਕਿਉਂ ਤੁਸੀਂ ਉਸ ਮਿਡਲ ਗਰਾਊਂਡ ਨੂੰ ਐਡਰੈਸ ਨਹੀਂ ਕਰਦੇ? ਸਰਕਾਰ ਤੋਂ, CBI ਤੋਂ, ਹੋਮ ਮਿਨਿਸਟਰੀ ਤੋਂ, ਪ੍ਰਾਈਮ ਮਿਨਿਸਟਰ ਤੋਂ ਇਹੋ ਜੀ ਮਨ ਕੀ ਬਾਤ ਕਿਉਂ ਨਹੀਂ ਸੁਣਾਈ ਦਿੰਦੀ ਕਿ ਇਹ ਚੋਰ ਮੋਰੀਆਂ ਕਾਨੂੰਨ ਦੇ ਵਿੱਚ ਸਮਾਪਤ ਹੋਣਗੀਆਂ, ਫਾਂਸੀ ਦੀ ਸਜ਼ਾ ਹੋਵੇ ਜਾਂ ਕਿਸੇ ਨੂੰ ਵੱਡੇ ਇਨਾਮ ਮਿਲਨੇ ਹੋਣ, ਸਾਰਿਆਂ ਦੇ ਵਿੱਚ ਲਾ ਇਕੁਅਲੀ ਅਪਲਾਈ ਕਰੇਗਾ? ਲੋਕ ਇਹ ਆਸ਼ਵਾਸਨ ਚਾਹੁੰਦੇ ਨੇ, ਸ਼ਾਇਦ ਇਹ ਸਹੀ ਜਵਾਬ ਹੁੰਦਾ ਉਸ ਡਿਬੇਟ ਦਾ ਜਿਹੜਾ ਕੈਪੀਟਲ ਪਨਿਸ਼ਮੈਂਟ ਦੇ ਅਗੇਂਸਟ ਉੱਠ ਖੜਾ ਹੋਇਆ। ਦੇਖੋ, ਜਿਹੜੀਆਂ ਗੱਲਾਂ ਤੁਸੀਂ ਸਿਧਾਂਤ ਤੌਰ ਤੇ ਕਹੀਆਂ, ਕਿਸੇ ਨੂੰ ਇਸ ਮਤਭੇਦ ਨਹੀਂ ਹੋ ਸਕਦਾ ਹੈ, ਬੈਲੈਂਸ ਹੋਣਾ ਚਾਹੀਦਾ ਹੈ। ਜਿਹਨੂੰ ਤੁਸੀਂ ਪਾਵਰ ਦਿੰਦੇ ਹੋ ਉਹ ਪਾਵਰ ਦਾ ਇਸਤੇਮਾਲ ਰੀਜ਼ਨੇਬਲ ਕਰੇਗਾ, ਸੋਚ ਸਮਝ ਕੇ ਕਰੇਗਾ, ਇਹ ਹਰ ਆਦਮੀ ਤੋਂ ਐਕਸਪੈਕਟਡ ਹੈ। ਲੇਕਿਨ ਜਿਹੜੀ ਤੁਸੀਂ ਹੁਣ ਐਗਜ਼ਾਮਪਲ ਫਾਂਸੀ ਦੀ ਕੁਝ ਫਿਗਰ ਦਿੱਤੀਆਂ ਨੇ ਜੀ, ਅਗਰ ਤੁਸੀਂ ਟੋਟਲ ਕ੍ਰਿਮੀਨਲ ਸਿਸਟਮ ਵੇਖੋ ਜੀ ਤੇ ਸ਼ਾਇਦ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਤੇ ਮੁਕੱਦਮੇ ਚੱਲਦੇ ਨੇ, ਕਿਸੇ ਦੇ ਚੋਰੀ ਦਾ, ਕਿਸੇ ਤੇ ਰੇਪ ਦਾ, ਕਿਸੇ ਦੇ ਕੁਛ ਦਾ, ਸਜ਼ਾ ਮਿਲਦੀ ਹੈ। ਕਈ ਵਾਰ ਸੈਸ਼ਨ ਜੱਜ ਤੋਂ ਸਜ਼ਾ ਮਿਲੀ, ਹਾਈ ਕੋਰਟ ਤੋਂ ਬਰੀ ਹੋ ਗਿਆ, ਕਈ ਵਾਰ ਹਾਈ ਕੋਰਟ ਤੋਂ ਵੀ ਸਜ਼ਾ ਮਿਲੀ, ਸੁਪਰੀਮ ਕੋਰਟ ਤੋਂ ਬਰੀ ਹੋ ਗਿਆ, ਕਈ ਵਾਰ ਸੁਪਰੀਮ ਕੋਰਟ ਵੀ ਆਪਣੀ ਸਜ਼ਾ ਦੇਣ ਤੋਂ ਬਾਅਦ 5 ਸਾਲ ਤੋਂ ਬਾਅਦ ਰਿਵਿਊ ਕਰਕੇ ਉਸ ਬੰਦੇ ਨੂੰ ਉਹ ਕਰ ਦਿੰਦਾ। ਉਸ ਦੇ ਜੋ ਫੈਕਟਸ ਨੇ, ਕਿਸੇ ਨੂੰ ਸਜ਼ਾ ਦੇਣੀ ਹੈ ਨਹੀਂ ਦੇਣੀ ਹੈ, ਜਿਹੜੀ ਬੇਸਿਕ ਗੱਲ ਮੈਂ ਸ਼ੁਰੂ ਤੋਂ ਕਹਿ ਰਿਹਾ, ਇਸ ਦਾ ਫੈਸਲਾ ਹਿੰਦੁਸਤਾਨ ਦਾ ਜੁਡੀਸ਼ੀਅਲ ਸਿਸਟਮ ਕਰਦਾ ਹੈ। ਔਰ ਜੋ ਲੋਕ ਵੀ ਇਹ ਬਹਿਸ ਕਰਦੇ ਨੇ, ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਜੁਡੀਸ਼ੀਅਲ ਸਿਸਟਮ 'ਚ ਵਿਸ਼ਵਾਸ ਰੱਖਦੇ ਹੋਣਗੇ। ਜੁਡੀਸ਼ੀਅਲ ਸਿਸਟਮ ਕੋਈ ਸੈਕਰੋਸੈਂਕਟ ਤਾਂ ਨਹੀਂ ਹੈ ਨਾ, ਅਸੀਂ ਬਣਾਉਂਦੇ ਹਾਂ, ਤੁਸੀਂ ਬਣਾਉਂਦੇ ਹੋ, ਯੂ ਹੈਵ ਬੀਨ ਇਨ ਪਾਰਲੀਮੈਂਟ, ਉਸ ਹਿਸਾਬ ਨਾਲ ਕੋਈ ਵੀ, ਉਸ ਹਿਸਾਬ ਨਾਲ ਤਾਂ ਤੁਹਾਨੂੰ ਕਿਸੇ ਤੇ ਵੀ ਵਿਸ਼ਵਾਸ ਨਹੀਂ ਹੋਏਗਾ। ਜਦੋਂ ਤੁਸੀਂ ਪਾਵਰ ਦਿੱਤੀ ਹੈ ਤਾਂ ਉਹਨਾਂ ਤੇ ਵਿਸ਼ਵਾਸ ਕਰਨਾ ਪਏਗਾ। ਦੂਜੀ ਗੱਲ, ਸਜ਼ਾ ਆਉਣ ਤੋਂ ਬਾਅਦ ਜਿਹੜੀ ਰਾਸ਼ਟਰਪਤੀ ਜੀ ਕੋਲ ਗੱਲ ਜਾਂਦੀ ਹੈ, ਰਾਸ਼ਟਰਪਤੀ ਜੀ ਵਿਚਾਰ ਕਰਦੇ ਨੇ। ਮੇਰਾ ਇਹ ਕਹਿਣਾ ਹੈ ਕਿ ਸਿਸਟਮ ਦੇ ਵਿੱਚ ਫਲੋ ਹਮੇਸ਼ਾ ਹੁੰਦੇ ਨੇ। ਅੱਜ ਤੱਕ ਕੋਈ ਦੁਨੀਆ ਦਾ ਸਿਸਟਮ ਐਸਾ ਨਹੀਂ ਹੈ ਜਿਹੜਾ 100% ਫੁੱਲ ਪ੍ਰੂਫ ਹੈ। ਇਸ ਕਰਕੇ ਇਸ ਸਿਸਟਮ ਦੇ ਵਿੱਚ ਰਹਿੰਦੇ ਹੋਏ ਜੋ ਵੀ ਸੁਜੈਸ਼ਨ ਆਣ, ਮੰਨ ਲਓ ਜਿਵੇਂ ਪਹਿਲੇ ਗੱਲ ਚੱਲ ਰਹੀ ਸੀ ਕਿ ਭਾਈ ਫੈਸਲਾ ਜਿਸ ਬੰਦੇ ਨੂੰ ਕਤਲ ਦੀ ਸਜ਼ਾ ਹੋ ਸਕਦੀ ਹੈ ਉਸ ਦਾ 2 ਸਾਲ ਚ ਹੋਵੇ, 3 ਸਾਲ ਚ ਹੋਵੇ, ਬਿਲਕੁਲ ਗੱਲ ਸਹੀ ਹੈਗੀ, ਬਿਲਕੁਲ ਵਿਚਾਰ ਆਉਣਾ ਚਾਹੀਦਾ। ਤੁਹਾਡੀ ਡਿਬੇਟ ਦਾ ਮੁੱਖ ਮੁੱਦਾ ਇਹ ਹੈ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਸਾਡਾ ਉਸ ਤੇ ਮਤ ਹੈ ਕਿ ਫਾਂਸੀ ਦੀ ਸਜ਼ਾ ਰਹਿਣੀ ਚਾਹੀਦੀ। ਜਿਸ ਵੇਲੇ ਤੁਸੀਂ ਕਹਿੰਦੇ ਹੋ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ, ਯੂ ਆਰ ਨਾਟ ਸੇਇੰਗ ਕਿ ਬੰਦੇ ਨੂੰ ਐਕਿਊਟ ਕਰ ਦਿਓ, ਦੈਟ ਇਜ਼ ਨਾਟ ਯੋਰ ਡਿਮਾਂਡ। ਤੁਸੀਂ ਕਹਿੰਦੇ ਹੋ ਲਾਈਫ ਟਰਮ ਦੇ ਵਿੱਚ ਕਮਿਊਟ ਕਰਦਾ ਜਾ। ਤੁਸੀਂ ਮੈਨੂੰ ਦੱਸੋ, ਅਸੀਂ ਕਹਿ ਰਹੇ ਕਿ ਜੇ ਨਥੂਰਾਮ ਗੋਡਸੇ ਜਿੰਦਾ ਇਹ ਫੈਸਲਾ ਕਦੋਂ ਹੋਇਆ? ਇਹ ਕੰਟਰੀ ਜ਼ਿਆਦਾ ਰਿਚ ਹੁੰਦਾ। ਵਾਈ ਆਰ ਯੂ That's a bit peculiar argument. Let me ask you, ਇਹ ਫੈਸਲਾ ਕਦੋਂ ਹੋ ਗਿਆ? ਇਹ ਫੈਸਲਾ ਕਦੋਂ ਹੋ ਗਿਆ ਕਿ ਜਿਹੜੀ ਲਾਈਫ ਟਰਮ ਹੈ ਉਹ ਜ਼ਿਆਦਾ ਕੰਪੈਸ਼ਨੇਟ ਹੈ? ਕਿਸੇ ਨੂੰ 35 ਸਾਲ ਦੀ ਉਮਰ ਵਿੱਚ ਫਾਂਸੀ ਹੋ ਜਾਏ, ਤੁਸੀਂ ਉਹਨੂੰ 55 ਸਾਲ ਹੁਣ ਤੂੰ ਜੇਲ੍ਹ ਦੀ ਇੱਕ ਸੈੱਲ ਦੇ ਵਿੱਚ ਜਿਉਂਦਾ ਰਹਿ, ਇਹ ਜ਼ਿਆਦਾ ਕੰਪੈਸ਼ਨੇਟ ਹੈ? ਫੈਸਲਾ ਕਰ ਲਿਆ ਤੁਸੀਂ। ਜ਼ਿੰਦਾ ਬੰਦਾ ਜੇਲ੍ਹ ਵਿੱਚ ਰਵੇ ਸਾਰੀ ਉਮਰ, ਉਹ ਜ਼ਿਆਦਾ ਡਿਟਰੈਂਟ ਇਫੈਕਟ ਹੈ ਸੋਸਾਇਟੀ ਨੂੰ। ਜ਼ਿੰਦਾ ਐਗਜ਼ਾਮਪਲ ਦੇਖੇਗਾ ਬੰਦਾ ਹੋਰ ਕੀ, ਜੇ ਤੁਸੀਂ 55 ਸਾਲ ਕਿਸੇ ਨੂੰ ਜੇਲ੍ਹ ਦੀ ਇੱਕ ਕੋਠਰੀ ਵਿੱਚ ਰੱਖ ਕੇ ਜ਼ਿਆਦਾ ਬਾਰਬੈਰਿਕ ਹੋ ਰਹੇ ਹੋ ਕਿ ਫਾਂਸੀ ਦੇ ਫੰਦੇ ਤੇ? ਬਾਰਬੈਰਿਕ ਨਹੀਂ, ਸਵਾਲ ਹੈ ਕਿ ਸਮਾਜ ਤੇ ਇੰਪੈਕਟ ਕੀ ਪੈਂਦਾ। ਆਈ ਐਮ ਨਾਟ ਸੇਇੰਗ ਇਟਸ ਐਨ ਈਜ਼ੀ ਕੁਐਸਚਨ ਟੂ ਆਨਸਰ, ਆਈ ਐਮ ਸੇਇੰਗ ਹੈਵ ਯੂ ਐਂਗੇਜਡ ਕਿ ਤੁਸੀਂ ਇਸ ਮਸਲੇ ਨਾਲ ਨਜਿੱਠਿਆ? ਅਸੀਂ ਜ਼ਿਆਦਾ ਸੋਹਣੀ ਸੋਸਾਇਟੀ ਨੂੰ ਕਿਵੇਂ ਕਰ ਸਕਦੇ? ਜੇ ਤੁਸੀਂ ਪਨਿਸ਼ਮੈਂਟ ਦਿੰਦੇ ਹੋ ਤਾਂ ਪੁੱਛ ਕੇ ਦਿੰਦੇ ਨਹੀਂ, ਪਨਿਸ਼ਮੈਂਟ ਉਹਦੇ ਐਕਟ ਕਰਕੇ ਦਿੰਦੇ, ਤੁਸੀਂ ਐਕਟ ਕਰ ਦਿੰਦੇ, ਤੁਸੀਂ ਕੰਪੈਸ਼ਨ ਕਿਸ ਤੋਂ ਪੁੱਛ ਕੇ ਪਰਿਭਾਸ਼ਿਤ ਕੀਤੀ ਹੈ? ਐਕਸਟ੍ਰੀਮ ਐਕਟ ਦੀ ਗੱਲ ਕਰ ਰਹੇ ਹੋ ਅਸੀਂ। ਸੋਸਾਇਟੀ ਇਜ਼ ਔਨ ਟ੍ਰਾਇਲ, ਸੋਸਾਇਟੀ ਇਜ਼ ਔਨ ਟ੍ਰਾਇਲ। ਸਿੰਪਲ ਕੁਐਸਚਨ, ਇਹ ਕਹਿੰਦੇ ਨੇ ਨਥੂਰਾਮ ਗੋਡਸੇ ਜੀ ਅੱਜ ਜਿਉਂਦਾ ਹੁੰਦਾ, we would have been clearly a barbaric state ਜਿਹੜੇ 1948 ਤੋਂ ਲੈ ਕੇ ਨਥੂਰਾਮ ਗੋਡਸੇ ਨੂੰ ਇਸ ਲਈ ਜਿਉਂਦਾ ਰੱਖ ਰਹੇ ਹੁੰਦੇ ਕਿ ਇਹ ਹਰ ਰੋਜ਼ ਸਜ਼ਾ ਭੁਗਤੇ। ਰਿਮਿਸ਼ਨ ਦੀ ਪਾਵਰ ਸਰਕਾਰ ਦੇ ਕੋਲ ਹਮੇਸ਼ਾ ਹੁੰਦੀ ਹੈ। ਜੇ ਡੈਥ ਪੈਨਲਟੀ ਸ਼ਾਇਦ ਬ੍ਰਿਟਿਸ਼ ਟਾਈਮ ਤੇ ਨਹੀਂ ਹੁੰਦੀ, this is what you want। ਮੈਂ ਆਪਣੀ ਗੱਲ ਪੂਰੀ ਕਰ, ਅੱਜ ਕਮਿਊਟ ਕਰ ਦਿਓ, ਕੱਲ ਰਿਮਿਟ ਕਰ ਦਿਓ। ਮੈਂ ਪੂਰੀ ਬਿਲਕੁਲ ਜੇ ਫਰਾਜਮਲ ਕਾ ਸਾਹਿਬ ਪੂਰੀ ਬਿਲਕੁਲ ਐਬਸੋਲੂਟਲੀ ਫॉर ਨਿਰਭੈ 15 ਸਾਲ ਦਾ ਬੰਦਾ ਸੀ, ਉਹਨੂੰ ਉਹਦੇ ਘਰ ਤੋਂ ਕੱਢ ਕੇ ਮਾਈਂਡ ਉਹਦੀ ਬ੍ਰੇਨ ਵਾਸ਼ ਕਰਕੇ ਉਹਨੂੰ ਟੈਰਰਿਸਟ ਬਣਾਉਣ ਦੀ ਕੋਸ਼ਿਸ਼ ਕੀਤੀ। That's why you are not being taken seriously। ਚਲੋ that's why human rights ਤੁਹਾਡਾ ਇੰਡੀਵਿਜੂਅਲ ਓਪੀਨੀਅਨ ਮੇਰਾ ਨਹੀਂ ਹੈ, ਮੈਂ ਆਪਣੀ ਗੱਲ ਨਹੀਂ ਕਰ ਰਿਹਾ। ਮੇਰਾ ਵਿਚਾਰ ਕਿਧਰੇ ਵੀ ਹੋਵੇ, ਜੈਨ ਸਾਹਿਬ ਪਹਿਲੇ ਕਹਿੰਦੇ ਮੈਂ ਆਪਣੀ ਗੱਲ ਕਰ ਰਿਹਾ। ਪਾਰਟੀ ਦੇ ਵਿਚਾਰ ਨਹੀਂ ਲੈ ਰਿਹਾ ਜੀ। 1931 ਚ ਜਦ ਭਗਤ ਸਿੰਘ ਨੂੰ ਹੈਂਗ ਕੀਤਾ ਗਿਆ, ਜੇ ਉਸ ਟਾਈਮ ਡੈਥ ਪੈਨਲਟੀ ਨਾ ਹੁੰਦੀ ਤੇ 17 ਸਾਲ ਬਾਅਦ ਜਬ ਭਾਰਤ ਦੇਸ਼ ਆਜ਼ਾਦ ਹੁੰਦਾ ਤਾਂ ਸ਼ਾਇਦ ਉਹ ਜਿੰਦਾ प्लीज अफसर का मुकाबला भगत सिंह से मत करो, प्लीज मत करो। सरकार देश को मारने के लिए मरा है, प्लीज दोनों का कंपैरिजन मत करो, मत करो। कहां शहीद भगत सिंह और कहां You have said your point, राजीव लोचन जी। राजीव लोचन क्या है, कितनी सजा मिलनी चाहिए किसी व्यक्ति को, क्या सजा का क्वांटम सही क्वांटम है, ये हर समाज
समाज अपने अपने तरह से सोचता है, और वर्तमान में हमारा समाज का विचार ये रहा है, और ये पिछले 50-60 सालों से रहा है कि कुछ क्राइम्स के लिए डेथ पेनल्टी होनी चाहिए। जिस दिन हमारे समाज में एक मत ये हो जाएगा कि ये डेथ पेनल्टी नहीं होनी चाहिए, उस दिन ये समाज का एक मत खत्म हो जाएगा। जापान में जब लोगों को सजा दी जाती है तो उसका सारा का सारा फोकस ये होता है कि आदमी माफी मांग ले समाज से। हमारे यहाँ फोकस ये होता है कि किसी तरह का हल्का फुल्का बदला हो जाए। सऊदी अरेबिया में ये फोकस होता है कि इसके हाथ काट दिए जाए। अब मान लो याकूब मेमन का केस ले लो, यदि हम याकूब मेमन के केस में कि ये कहते कि इसके दोनों हाथ काट देते, तो क्या वुड इट हैव बीन एप्रोप्रिएट पनिशमेंट फॉर हिम? आई मीन, हम किस क्राइटेरिया से सोचते हैं? कौन जज करेगा? ये जो बात होती है समाज तय करता है। आज हमारा समाज कह रहा है फांसी रखो, इसीलिए हम फांसी रख रहे हैं। राजीव लोचन जी, ਇਹਦੇ ਨਾਲ ਤਾਂ ਸਹਿਮਤ ਹੋ ਕਿ ਜਿਹੜੀ ਕਲੀਮੈਂਸੀ ਹੈ ਇਹ ਸਟੇਟ ਦਾ ਪ੍ਰੈਰੋਗੇਟਿव है, एक कन्विक्ट दा ऑटोमेटिक राइट समाज का भी प्रेरोगेटिव है। जो हमारे सिविल राइट्स एक्टिविस्ट साथी हैं, ये उस क्लेमेंसी का, उस सॉफ्ट स्टेट का, उस दयावान स्टेट का एक रिप्रेजेंटेशन है। एंड इट इज वेरी इंपॉर्टेंट कि ये लोग भी बोलते रहें, इनकी भी बात सुनी जाए। और स्टेट कभी कभी स्टेट के ऊपर यदि प्रेशर ये डाल सकते हैं सिविल सोसाइटी की तरफ से, बिल्कुल डालना चाहिए। प्रॉब्लम है ना राजविंदर बैंसी, प्रॉब्लम है कि तुसी ये कहंदे हो कि ਜਿਹੜੀ कंपैशन है ਇਹ ਹੁਣ ਕਨਵਿਕਟ ਦਾ ਅਨਅਸੇਲੇਬਲ ਜਾਂ ਰਾਈਟ ਹੋ ਗਿਆ। ਹੁਣ ਇਸ ਕੁਐਸਚਨ ਕਰੋ, ਅੱਧੀ ਰਾਤ ਨੂੰ ਅਸੀਂ ਸੁਪਰੀਮ ਕੋਰਟ ਖੁਲਾਵਾਂਗੇ, ਅਸੀਂ ਕਰਨੇ ਦੇਾਂਗੇ। ਤੁਸੀਂ ਫਾਂਸੀ ਦਿੰਦੇ ਹੋ, ਤੁਸੀਂ ਸੋਚਦੇ ਕਿ ਬੰਦਾ ਹੁਣ ਕਦੀ ਰਿਫਾਰਮ ਨਹੀਂ ਹੋ ਸਕਦਾ। ਦਿਸ ਇਜ਼ ਫਾਲਸ। ਹਰ ਬੰਦਾ बाल्मीकि सेंट बन सकता, उंगली मार सेंट बन सकता। साढ़े समाज तक बहुत सेंट बने फ्रॉम हाईएस्ट। कितना मौका देवे सुप्रीम कोर्ट? 22 साल तक ਤੁਸੀਂ ਕੇਸ ਲੜ ਸਕਦੇ ਹੋ। 1993 ਦੇ 1993 ਚ 250 ਲੋਕਾਂ ਦੇ ਕਤਲ ਦੇ ਵਿੱਚ ਸ਼ਮੂਲੀਅਤ ਵਾਲਾ ਵਿਅਕਤੀ 2015 ਦੀ ਫਾਂਸੀ ਤੱਕ ਪਹੁੰਚਿਆ ਤੇ ਆਖਰੀ ਘੰਟੇ ਤੱਕ ਸੁਣਿਆ ਗਿਆ। ਜਿਹੜਾ ਸਮਾਜ ਸੋਚਦਾ ਕਿ ਇੱਕ ਬੰਦਾ ਨੇ ਇੱਕ ਕਤਲ ਕਰ ਲਿਆ, ਹੁਣੇ ਕਦੀ ਕੰਡੈਮ ਫॉर ਐਵਰ, ਇਹਨੂੰ ਨਰਕ ਵਿੱਚ ਪਾ ਦਿਓ, ਉਹ ਸਮਾਜ ਉਹ ਬਿਲਕੁਲ ਬਾਰਬਰਿਕ ਸਮਾਜ ਹੋਏਗਾ। ਸਮਾਜ ਦੇ ਸਾਡੇ ਸਮਾਜ ਜਿਹੜਾ ਕੋਰ ਇਹ ਹੈ ਕਿ ਬੰਦਾ ਕਦੀ ਵੀ ਇੰਨਾ ਕੰਡੈਮ ਨਹੀਂ ਹੁੰਦਾ, ਉਹਦੇ ਚ ਹਮੇਸ਼ਾ ਪੋਸਿਬਿਲਿਟੀ ਆਫ ਜਿਹੜੇ ਈਸ਼ਵਰ ਦੀ ਲਾਈਟ ਆ ਸਕਦੀ ਹੈ। ਇਸ ਕਰਕੇ ਬੰਦੇ ਬਦਲਦੇ ਬਿਨਾਂ ਪ੍ਰੋਵੋਕੇਟਿਵ ਸ਼ਬਦਾਂ ਬਿਨਾਂ ਕਰੇ ਮਾਫੀ ਮੰਗੇ, ਕਿੰਨੀ ਚੰਗੀ ਗੱਲ ਹੋਏਗੀ ਕਿ ਅਫਜ਼ਲ ਗੁਰੂ ਨੂੰ ਫਾਂਸੀ, ਅਜਮਲ ਕਸਾਬ ਨੂੰ ਫਾਂਸੀ ਤੇ ਯਕੂਬ ਮੈਮਨ ਨੂੰ ਫਾਂਸੀ। ਤੁਹਾਨੂੰ ਲੱਗਦਾ ਹੈ ਇਹ ਕਿਸੇ ਤਰੀਕੇ ਨਾਲ ਜਿਵੇਂ ਰਾਜੀਵ ਲੋਚਨ ਜਿਹੜੀ ਗੱਲ ਕਰ ਰਹੇ ਸੀ, ਪਬਲਿਕ ਸੈਂਟੀਮੈਂਟ ਨੂੰ ਕੈਟਰ ਕੀਤੇ ਫੈਸਲੇ ਨੇ ਜਾਂ ਜੁਡੀਸ਼ੀਅਲ ਫੈਸਲੇ ਲਏ ਗਏ ਨੇ ਜਿਨ੍ਹਾਂ ਵਿੱਚ ਕਿਧਰੇ ਕੋਈ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਜਿਨ੍ਹਾਂ ਤੇ ਤੁਹਾਡਾ ਇਤਰਾਜ਼ ਹੈ? ਮੈਨੂੰ ਸਿੱਧਾ ਇੱਕ ਤੁਸੀਂ ਜਜਮੈਂਟ ਪੜ੍ਹ ਲਓ, ਭਾਵੇਂ ਐਡੀਟੋਰੀਅਲ ਪੜ੍ਹ ਲਓ ਲੋਕਾਂ ਨੇ ਜਿਹੜੇ ਲਿਖੇ, ਇਹ ਸਿੱਧਾ ਪਬਲਿਕ ਸੈਂਟੀਮੈਂਟ। देयर आर मेनी एडिटोरियल्स है, ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜੇ ਪੜ੍ਹਨਾ ਚਾਹੁੰਦੇ ਹੋ ਜੀ। ਪਬਲਿਕ ਸੈਂਟੀਮੈਂਟ ਨੂੰ ਧਿਆਨ ਰੱਖ ਕੇ ਪਬਲਿਕ ਕੌਨਸ਼ੀਅੰਸ ਨੂੰ ਸੈਟੀਸਫਾਈ ਕਰਨ ਲਈ ਜਿਹੜੀ ਬਾਤ ਕੀਤੀ ਜਾਂਦੀ ਹੈ, ਉਹ ਸਿੱਧਾ ਉਹਦਾ ਇੱਕ ਪਬਲਿਕ ਦਾ ਪ੍ਰੈਸ਼ਰ ਰਿਹਾ, ਪੋਲੀਟੀਕਲ ਪ੍ਰੈਸ਼ਰ ਰਿਹਾ ਤੇ ਉਹਨਾਂ ਨੂੰ ਹੈਂਗ ਕਰਨ 'ਚ ਭਾਵੇਂ ਯੂਪੀ ਦਾ ਲੋਚਨ ਜੀ ਆਖਰੀ ਵਰਡ ਐਟ ਦਾ ਕਾਸਟ ਆਫ ਬੀਇੰਗ ਅਕਿਊਜ਼ਡ ਕਿ ਮੈਂ ਰਿਲੀਜਨ ਨੂੰ ਵਿੱਚ ਲਿਆ ਰਿਹਾ, ਜਿਸ ਵੇਲੇ ਦਾਰਾ ਸਿੰਘ ਨੂੰ ਜਿਹੜਾ ਗ੍ਰਾਹਮ ਸਟੇਨਸ ਵਰਗੇ ਕ੍ਰਿਸਚੀਅਨ ਮਿਸ਼ਨਰੀ ਤੇ ਉਹਦੇ 2 ਬੱਚਿਆਂ ਨੂੰ ਉੜੀਸਾ ਵਿੱਚ ਜ਼ਿੰਦਾ ਜਲਾ ਦਿੰਦਾ, ਜਿਸ ਵੇਲੇ ਉਹਦੀ ਜਿਹੜੀ ਸਜ਼ਾ ਉਹ ਕਮਿਊਟ ਹੋ ਜਾਂਦੀ ਹੈ, ਉਹ ਅੱਜ ਕੱਲ ਵੈਸੇ ਬਾय द ਵੇ ਜ਼ਮਾਨਤ ਤੇ ਨੇ ਤੇ 6 ਵਾਰੀ ਜ਼ਮਾਨਤ एक्सटेंड हो गई है, डिबेट का हिस्सा नहीं बनी। मिसेस स्टेन्स ने दारा सिंह को माफ कर दिया था, जिस तरह से सोनिया गांधी ने भी वो 2 मर्डरर्स जो राजीव गांधी के तो उनको माफ कर दिया है। बट द थिंग इज दिस, प्राइवेट माफी स्टेट की माफी नहीं हो सकती। स्टेट को अपने आप को अलग से असर्ट करना पड़ेगा। एंड इट्स अ गुड थिंग कि हमारा स्टेट फाइनली अपने आप को थोड़ा तो असर्ट कर रहा है। अभी तक हमारा स्टेट केवल चोर उचक्के की हरकतें किया करता था, पहली मर्तबा थोड़ा सा कायदे कानून की काम कर रहा है। We are now punching with at our weight. That's right. We've become a hangman. और की हो रहा है? Oh, come off it. Oh, come off it. Judicial murder, executive murder your data does not show कि ऐसी कोई bloodthirsty state है। Last word I give to you, ਸਤਪਾਲ ਜੈਨ ਜੀ, ਤੁਹਾਨੂੰ ਜਾਪਦਾ ਬਹਿਸ ਨੂੰ ਸੋਬਰ ਤਰੀਕਿਆਂ ਦੇ ਨਾਲ ਇੰਗੇਜ ਕਰਨ ਦੇ ਵਿੱਚ ਕਿਧਰੇ ਇੱਕ ਫੇਲਿਅਰ ਰਿਹਾ ਤੇ ਸਰਕਾਰ ਜਿਹੜੀ ਇੰਨੀ ਵੱਡੀ ਮੈਂਡੇਟ ਲੈ ਕੇ ਆਈ ਹੈ ਉਹ ਇਸ ਨੂੰ ਐਡਰੈਸ ਕਰੇਗੀ? हमारी सरकार ने पूरी तरह से इन विषय पर किसी ने कोई भी राय दी है उसका विचार किया है। रात को 2-2 बजे भी सुप्रीम कोर्ट खुला है तो सरकार ने जाकर कोऑपरेट किया है। ये बहस एकेडमिक पॉइंट पर फांसी हो या ना हो, इसके बारे में जो भी कोई चीज़ें आएँ उन पर कभी भी सोसाइटी बात बंद कर नहीं सकती। लेकिन मेरा मत यह है कि जब हमने न्यायिक प्रणाली को ये पावर दी है तय करने की कि किसको फांसी देनी है, किसको उम्र कैद देनी है, किसको बरी करना है, तो जो निर्णय वहाँ से आता है, कोई भी व्यक्ति जिसका समाज में संविधान में विश्वास है उसको स्वीकार करे और हम इस दिशा में आगे। हाँ, सुझाव फांसी की सजा होने में क्या क्या फैक्टर्स हों, क्या क्या ना हो, ये ऐसा विषय है जिस पर
चर्चाएं चल सकती हैं और चलनी चाहिए, फांसी हो या ना हो इस पर भी चलनी चाहिए। आज हमारा मत यह है कि फांसी की सजा रहे, हाँ इसमें जो भी सुझाव आ सकते हो आए, पर ये एक बात हम ना माने कि क्योंकि मैं नहीं चाहता फांसी हो इसलिए सारी दुनिया गलत है, मैं चाहता हूं फांसी हो तो सारी दुनिया ठीक है। ये गलत बात है। जिसको हमने ताकत दी है, अगर राष्ट्रपति को ताकत दी है, अगर सुप्रीम कोर्ट दी है, तो कहीं ना कहीं उन पर विश्वास भी करना पड़ेगा ਤੇ ਸਾਨੂੰ ਉਹਨਾਂ ਨੂੰ ਪ੍ਰੈਸ਼ਨ ਕਰਨ ਦਾ ਵੀ ਬਕਾਇਦਾ ਅਧਿਕਾਰ ਉਸੇ ਸੰਵਿਧਾਨ ਦੇ ਵਿੱਚੋਂ ਆਉਂਦਾ ਜਿਹਦੇ ਵਿੱਚੋਂ ਉਹਨਾਂ ਦੀ ਫਾਂਸੀ ਦੇ ਫੈਸਲੇ ਨਿਕਲਦੇ ਨੇ। ਪਰ ਜਿਸ ਵੇਲੇ ਦੇਸ਼ ਵੱਖ-ਵੱਖ ਤਰੀਕਿਆਂ ਨਾਲ ਮੌਤ ਦੀ ਤੱਕ ਪਹੁੰਚਾਉਂਦੇ ਨੇ, ਕੋਈ ਗੋਲੀ ਮਾਰ ਦਿੰਦੇ ਨੇ, ਕੋਈ ਸਿਰ ਕਲਮ ਕਰ ਦਿੰਦੇ ਨੇ। ਜਿਸ ਵੇਲੇ ਅਸੀਂ ਕੋਈ ਪੇਨਲੈਸ ਤੇ ਬੜਾ ਕੁਇਕੈਸਟ ਮੈਥਡ ਡਿਵਾਈਸ ਕੀਤਾ ਕਿ ਅਸੀਂ ਰੱਸੇ ਤੋਂ ਲਟਕਾ ਦੇਾਂਗੇ, ਇਟਸ ਅ ਹਿਊਮਨ ਵੇ। ਮਤਲਬ ਮੈਨੂੰ ਕਈ ਡਿਬੇਟ ਦੇ ਵਿੱਚ ਕਈ ਪੈਰਾਡੌਕਸਿਸ ਨੇ, ਕਿਸ ਕਿਸਮ ਦਾ ਹਿਊਮਨ ਵੇ ਉਹ ਹੁੰਦਾ ਜਿਹਦੇ ਵਿੱਚ ਤੁਸੀਂ ਕਿਸੇ ਦੀ ਜਾਨ ले लेंदे हो। आदमी मारने का कोई ह्यूमन वे नहीं होता। आदमी मारने का कोई ह्यूमन वे नहीं होता। जब बमों से लोग मारे थे ये सोचा होता कि हम उनकी जान बमों से ले रहे हैं निर्दोष की, उनको भी तकलीफ हो रही होगी। काश इन्होंने सोचा होता तो शादी के बारे में सोचते। फांसी देने से टेररिस्ट अटैक रुक जाए शायद। नो लास्ट वर्ड है। जिन लोगों की टेररिस्टों से सिंपैथी वो रहेगी, फांसी दो तब भी रहेगी, ना दो तब भी रहेगी। पर जिनको ये लगता हो कि जज भी बेईमान है, सरकार भी बेईमान है, उनका कोई इलाज नहीं है, उनका कोई इलाज नहीं है। टाइम पर इस गल ते तां शायद साडी सहमति होवेगी कि किसी नूं फांसी जैन साहब कानूनी प्रक्रिया न्यायिक प्रक्रिया दे चरम सीमा ते जाके उस केस के मुताबिक दी जानी चाहिए ते पब्लिक सेंटीमेंट नूं कैटर करने लई फांसियां जड़ियां वो कदी भी माफ नहीं की जाती। ना ये सरकार करेगी ना कोई सरकार करेगी, कोई कानून विच अजिहा नहीं है। पर जे तुहानूं सचमुच ते विश्वास है तो अफजल गुरू वाली जजमेंट ते कुछ हिस्से तो दोबारा पढ़ने बनदे ही ने। अज लई इन्ना ही, धन्नवाद, तेरा बरखा।